ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਦੇਸ਼ ਵਿਦੇਸ਼ ਚੋਂ ਮਨਦੀਪ ਪੁਨੀਆ ਹੋਣਾ ਦੇ ਨਾਲ ਜਿਹੜਾ ਬਿਯੋਂਡ ਦਾ ਹੈਡਲਾਈਨਸ ਪ੍ਰੋਗਰਾਮ ਹੈ ਉਹ ਤੁਸੀਂ ਇਸ ਸਮੇਂ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਖਬਰਾਂ ਦੇ ਨਾਲ ਵਾਹ ਵਾਸਤਾ ਰਹਿੰਦੇ ਮਨਦੀਪ ਪੁਨੀਆ ਹੋਣੀ ਜੁੜ ਕੇ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ ਤੇ ਫਿਰ ਇਸ ਵਿਸ਼ਲੇਸ਼ਣ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਡੂੰਘੀਆਂ ਚਰਚਾਵਾਂ ਦੇਸ਼ ਵਿਦੇਸ਼ ਦੇ ਨਾਲ ਨੀਤੀਆਂ ਜਾਂ ਹੋਰ ਚੀਜ਼ਾਂ ਦੇ ਉੱਪਰ ਹਾਲਾਤਾਂ ਦੇ ਉੱਪਰ ਚਰਚਾ ਹੁੰਦੀ ਹੈ। ਸੋ ਮਨਦੀਪ ਜੀ ਦਾ ਸਵਾਗਤ ਕਰਦੇ ਹਾਂ। ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਪਰਤ ਦਰ ਪਰਤ ਖੋਲਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਨਦੀਪ ਜੀ। ਜੀ ਸ਼ੁਕਰੀਆ ਗੁਰਪ੍ਰੀਤ ਭਾਈ। ਸਤਿ ਸ਼੍ਰੀ ਜੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸੋ ਮਨਦੀਪ ਜੀ, ਖਬਰਾਂ ਦੀ ਸ਼ੁਰੂਆਤ ਜੇਕਰ ਕਰੀਏ ਤਾਂ ਦਿੱਲੀ ਦੇ ਵਿੱਚ ਪਿਛਲੇ 1.5-2 ਮਹੀਨਿਆਂ ਤੋਂ ਜਿਹੜਾ ਸਾਰਾ ਧਿਰਾਂ ਦਾ ਜ਼ੋਰ ਲੱਗਿਆ ਹੋਇਆ ਸੀ ਉਸ ਨੂੰ ਅੱਜ ਬੂਰ ਪੈਣ ਦਾ ਦਿਨ ਸੀ ਤੇ ਵੋਟਿੰਗ ਹੋ ਚੁੱਕੀ ਹੈ। ਕਿਹੋ ਜਿਹੇ ਹਾਲਾਤ ਸੀ, ਕਿਹੋ ਜਿਹੇ ਮਾਹੌਲ ਦੇ ਵਿੱਚ ਵੋਟਿੰਗ ਹੋਈ ਹੈ, ਕਿੰਨੇ % ਵੋਟਿੰਗ ਹੋਈ ਹੈ, ਜ਼ਰਾ ਇਸ ਤੇ ਚਾਨਣਾ ਪਾਇਓ ਤੇ ਹੁਣ ਐਗਜ਼ਿਟ ਪੋਲ ਜਿਹੜੇ ਬਾਹਰ ਆਏ ਨੇ ਉਹਨਾਂ ਦੀ ਕੀ ਦਸ਼ਾ ਹੈ ਉਹ ਵੀ ਦੱਸਿਓ। ਜਿਹੜੀ ਅੱਜ ਵੋਟਿੰਗ ਹੋਈ ਹੈ ਉਹ ਹਜੇ ਤੱਕ ਸ਼ਾਮ 5 ਵਜੇ ਤੱਕ ਦਾ ਜਿਹੜਾ ਡੇਟਾ ਹੈ ਉਹ ਆਇਆ ਹਜੇ ਤੇ 58% ਵੋਟਿੰਗ ਕਹੀ ਜਾ ਰਹੀ ਹੈ। ਤੇ ਜੇ ਆਪਾਂ ਗੱਲ ਕਰੀਏ ਪਿਛਲੇ ਚੋਣਾਂ ਦੀ ਤੇ ਸਭ ਤੋਂ ਜ਼ਿਆਦਾ ਜਿਹੜੇ ਵੋਟਿੰਗ % ਸੀਗੇ ਉਹ ਸਾਲ 2015 ਦੇ ਵਿੱਚ ਸੀਗੇ। ਉਦੋਂ 67% ਦੇ ਨੇੜੇ ਤੇੜੇ ਵੋਟਾਂ ਪਈਆਂ ਸੀ। 2020 ਚ 62% ਵੋਟਾਂ ਸੀਗੀਆਂ। ਮੈਨੂੰ ਲੱਗਦਾ ਕਿ ਜਿਹੜਾ ਫਾਈਨਲ ਡੇਟਾ ਆਊਗਾ ਉਹ 62-63% ਦਾ ਹੀ ਰਹਿਣ ਵਾਲਾ ਇਸ ਵਾਰ ਵੀ। ਤੇ ਇਸ ਵਾਰ ਵੀ ਇੰਨੀਆਂ ਹੀ ਵੋਟਾਂ ਪਈਆਂ ਨੇ ਤੇ 4 ਹਿੱਸਿਆਂ 'ਚ ਜੇ ਆਪਾਂ ਦਿੱਲੀ ਨੂੰ ਵੰਡੀਏ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਹੈਗੀਆਂ ਉਹ ਈਸਟ ਦਿੱਲੀ ਤੇ ਨਾਰਥ ਈਸਟ ਦਿੱਲੀ ਵਿੱਚ ਪਈਆਂ ਨੇ। ਜਿਹੜੀ ਸਾਊਥ ਦਿੱਲੀ ਹੈ ਜਿਹਨੂੰ ਅਲੀਟਾਂ ਦਾ ਗੜ ਮੰਨਿਆ ਜਾਂਦਾ ਉੱਥੇ ਸਭ ਤੋਂ ਘੱਟ ਵੋਟਿੰਗ ਪਈ ਹੈ। ਤੇ ਸੈਂਟਰਲ ਦਿੱਲੀ ਦੇ ਵਿੱਚ ਵੀ ਖਾਸੀ ਘੱਟ ਵੋਟਿੰਗ ਹੋਈ ਹੈ ਤੇ ਇਹ ਮੋਟਾ ਆંકੜਾ ਨਿਕਲ ਕੇ ਆ ਰਿਹਾ। ਹੋਰ ਵੀ ਕਈ ਸਾਰੀਆਂ ਅਪਡੇਟ ਸੀਗੀਆਂ ਜਿਵੇਂ ਅੱਜ ਵੋਟਿੰਗ ਦੇ ਦੌਰਾਨ ਕਈ ਥਾਵਾਂ ਤੇ ਜਿਹੜੀ ਹੈਗੀ ਆ ਗਰਮ ਬਿਆਨਬਾਜ਼ੀ ਵੀ ਦੇਖਣ ਨੂੰ ਮਿਲੀ। ਕਈ ਥਾਵਾਂ ਤੇ ਕਈ ਚੀਜ਼ਾਂ ਵਾਪਰੀਆਂ। ਜਦੋਂ ਜੇ ਆਪਾਂ ਗੱਲ ਕਰੀਏ ਮੁਸਲਮਾਨ ਬਹੁਲ ਇਲਾਕਿਆਂ ਦੀ ਉੱਥੇ ਬੀਜੇਪੀ ਵਾਲਿਆਂ ਨੇ ਰੌਲਾ ਪਾਇਆ ਇੱਥੇ ਦੇਖੋ ਔਰਤਾਂ ਬੁਰਕਾ ਪਾ ਕੇ ਫਰਜ਼ੀ ਵੋਟਿੰਗ ਕਰ ਰਹੀਆਂ ਨੇ। ਤੇ ਉਹਦਾ ਰੀਜ਼ਨ ਇਹ ਸੀਗਾ ਕਿ ਉਹ ਦਿਨੇ ਹੀ ਜਿਹੜੀ ਬਾਕੀ ਦਿੱਲੀ ਹੈ ਉਹਨੂੰ ਕਮਿਊਨਲਾਈਜ਼ ਕਰਨ ਵਾਸਤੇ ਉੱਥੇ ਉਹ ਇਹ ਸਾਰਾ ਕਰ ਰਹੇ ਸੀਗੇ ਤਾਂ ਕਿ ਇਹ ਖਬਰਾਂ ਵਿੱਚ ਇਹ ਚੀਜ਼ ਚੱਲੇ ਤੇ ਜਿਹੜੇ ਹਿੰਦੂ ਹੈਗੇ ਆ ਉਹ ਵੀ ਜਾ ਕੇ ਮੁਸਲਮਾਨਾਂ ਨੂੰ ਹੇਟ ਕਰਨ ਵਾਲੇ ਹਿੰਦੂ ਜਾ ਕੇ ਉਹ ਐਗਰੈਸਿਵ ਵੋਟਿੰਗ ਬੀਜੇਪੀ ਵਾਸਤੇ ਕਰਨ। ਇਹ ਸਟ੍ਰੈਟੇਜੀ ਅੱਜ ਬੀਜੇਪੀ ਦੀ ਰਹੀ। ਆਮ ਆਦਮੀ ਪਾਰਟੀ ਦਾ ਸਾਰਾ ਜ਼ੋਰ ਇਹ ਲੱਗਿਆ ਰਿਹਾ ਕਿ ਦੇਖੋ ਬੀਜੇਪੀ ਪੈਸੇ ਵੰਡ ਰਹੀ ਹੈ, ਇਹ ਕਰ ਰਹੀ ਹੈ। ਕਈ ਵਿਜ਼ੂਅਲਸ ਵੀ ਆਏ ਜਿਨ੍ਹਾਂ 'ਚ ਜਿਹੜੇ ਨੌਜਵਾਨ ਸੀਗੇ ਉਹ SUVs ਦੇ ਵਿੱਚ ਪੈਸੇ ਲੈ ਕੇ ਪਹੁੰਚੇ ਹੋਏ ਸੀ। ਉੱਥੇ ਕਈ ਥਾਵਾਂ ਤੇ ਲੋਕਾਂ ਨੇ ਭਜਾਇਆ ਵੀ, ਕਈ ਥਾਵਾਂ ਤੇ ਗਰਮੀ ਵੀ ਗਰਮ ਬਿਆਨ ਵੀ ਆਏ। ਈਵਨ ਜਿਹੜੀ ਓਖਲਾ ਸੀਟ ਹੈਗੀ ਆ ਉੱਥੋਂ ਦੇ ਜਿਹੜੇ ਵੱਡੇ ਆਗੂ ਮੁਸਲਮਾਨਾਂ ਦੇ ਆਮ ਆਦਮੀ ਪਾਰਟੀ ਦੇ ਅਮਾਨਤੁੱਲਾ ਖਾਨ ਉਹਨਾਂ ਨੇ ਵੀ ਗੰਭੀਰ ਆਰੋਪ ਪੁਲਿਸ ਤੇ ਵੀ ਲਾਏ। ਸੀਲਮਪੁਰ, ਕਸਤੂਰਬਾ ਨਗਰ ਇਹ ਸਾਰੇ ਏਦਾਂ ਦੀਆਂ ਸੀਟਾਂ ਨੇ ਜਿੱਥੇ ਅੱਜ ਪੂਰਾ ਦਿਨ ਕਈ ਕਿਸਮ ਦੇ ਰੋਲੇ ਦੇਖਣ ਨੂੰ ਮਿਲੇ। ਤੇ ਅੱਜ ਰਾਹੁਲ ਗਾਂਧੀ ਨੇ ਵੀ ਵੋਟ ਪਾਈ ਹੈ ਆਪਣੀ। ਉਹਨਾਂ ਦੀ ਵੋਟ ਦਿੱਲੀ ਦੇ ਵਿੱਚ ਹੀ ਹੈ। ਤੇ ਬਾਕੀ ਜਿਹੜੇ CPM ਜਿਹੜੇ ਲੈਫਟ ਵਾਲੀ ਪਾਰਟੀ ਹੈਗੇ ਉਹਨਾਂ ਦੇ ਜਿਹੜੇ ਆਗੂ ਹੈਗੇ ਵਰਿੰਦਾ ਕਰਾਤੂਰੀ, ਪ੍ਰਕਾਸ਼ ਕਰਾਤੂਰੀ ਉਹਨਾਂ ਨੇ ਵੀ ਅੱਜ ਵੋਟ ਪਾਈ ਹੈ। ਤੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਤੇ ਜਿਹੜੀ ਅਤੀਸ਼ੀ ਸਿੰਘ ਹੈ ਜਿਹੜੀ ਹੁਣ ਇਸ ਟਾਈਮ ਦਿੱਲੀ ਦੀ ਮੁੱਖ ਮੰਤਰੀ ਉਹਨਾਂ ਨੇ ਵੋਟ ਪਾਈ। ਉਹਨਾਂ ਨੇ ਤਾਂ ਇਹਨੂੰ ਜਦੋਂ ਅਤੀਸ਼ੀ ਸਿੰਘ ਜਿਹੜੇ ਮੌਕੇ ਦੇ ਮੁੱਖ ਮੰਤਰੀ ਨੇ ਉਹ ਜਦੋਂ ਬਾਹਰ ਨਿਕਲੇ ਉਹਨਾਂ ਨੇ ਤਾਂ ਇਹਨੂੰ ਧਰਮ ਯੁੱਧ ਬਣਾ ਦਿੱਤਾ। ਖੁਦ ਹੀ ਕਹਿੰਦੇ ਧਰਮ ਯੁੱਧ ਹੈ। ਤੇ ਤੁਸੀਂ ਆਪ ਸੋਚੋ ਜਿਹੜੀ ਪਾਰਟੀ ਐਜੂਕੇਸ਼ਨ ਹੈਲਥ ਬਾਰੇ ਗੱਲ ਕਰ ਰਹੀ ਸੀ ਅੱਜ ਉਹ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਧਰਮ ਯੁੱਧ ਨੂੰ ਦੱਸ ਰਹੀ ਹੈ। ਤੇ ਇਹ ਮੋਟਾ ਅੱਜ ਵੋਟਿੰਗ ਦੇ ਦਿਨ ਸਾਰਾ ਕੁਝ ਦੇਖਣ ਨੂੰ ਆਪਾਂ ਨੂੰ ਮਿਲਿਆ ਹੈ। ਜੀ ਸੋ ਇਸ ਕਿਸਮ ਦਾ ਸਾਰਾ ਰਿਹਾ ਤਾਣਾ ਬਾਣਾ ਤੇ ਇਸ ਸਭ ਦੇ ਵਿਚਾਲੇ ਕਿੱਥੇ ਇੱਕ ਪਾਸੇ ਧਰਮ ਦੀ ਗੱਲ ਕਰਨ ਵਾਲੀ ਪਾਰਟੀ ਸੀ, ਦੂਸਰੇ ਪਾਸੇ ਖੁੱਲੇ ਤੌਰ ਦੇ ਉੱਪਰ ਐਜੂਕੇਸ਼ਨ ਹੈਲਥ ਇਹੋ ਜਿਹੇ ਮੁੱਦਿਆਂ ਨੂੰ ਮੇਨ ਰੱਖਣ ਵਾਲੀ ਪਾਰਟੀ ਸੀ। ਪਰ ਸਾਰਾ ਕੁਝ ਬਦਲਿਆ ਕਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਵੀ ਕੀਤਾ ਹੈ ਕੀ ਕੁਝ ਹੋਇਆ। ਪਰ ਅੱਗੇ ਚੱਲਦੇ ਆ। ਅੱਜ ਭਾਰਤ ਪਹੁੰਚੀ ਹੈ ਉਹ C-17 ਦੀ ਫਲਾਈਟ ਜਿਸ ਦੇ ਵਿੱਚ ਬਹੁਤ ਸਾਰੇ ਭਾਰਤੀ ਡਿਪੋਰਟ ਕੀਤੇ ਗਏ ਅਮਰੀਕਾ ਤੋਂ ਭਾਰਤ ਪਰਤੇ ਨੇ ਤੇ ਅੰਮ੍ਰਿਤਸਰ ਦੇ ਰਾਜਾ ਸਾਂਸੀ 에ਅਰਪੋਰਟ ਤੇ ਸ਼ਾਮ ਤੱਕ ਮੀਡੀਆ ਦਾ ਵੀ ਤਾਂਤਾ ਲੱਗਿਆ ਰਿਹਾ ਕਿ ਕੌਣ ਆਵੇਗਾ, ਕਿੰਨੇ ਲੋਕ ਹੋਣਗੇ,
ਕਿਵੇਂ ਦੇ ਉਹਨਾਂ ਦਾ ਉੱਥੇ ਵੈਲਕਮ ਹੋਵੇਗਾ, ਉਹਨਾਂ ਚੋਂ ਕੁਝ ਨੂੰ ਡਿਪੋਰਟ ਕੀਤਾ ਜਾਵੇਗਾ ਜਾਂ ਨਹੀਂ, ਸਾਰੀ ਗੱਲਬਾਤ ਸੀ। ਇਸ ਦੇ ਵਿਚਾਲੇ ਲਿਸਟ ਵੀ ਇੱਕ ਜਾਰੀ ਹੋਈ, ਜਿਸ ਦੇ ਵਿੱਚ ਸਭ ਤੋਂ ਵੱਧ ਗਿਣਤੀ ਹਰਿਆਣਾ ਅਤੇ ਗੁਜਰਾਤ ਦੀ ਸੀ। 33 ਲੋਕ ਉੱਥੋਂ ਦੇ ਮੌਜੂਦ ਸਨ ਅਤੇ ਇਹ ਆਪਾਂ ਵੀ ਸ਼ਾਇਦ ਸ਼ੇਅਰ ਕੀਤੀ ਸੀ ਉਸ ਸਮੇਂ, ਆਪਣੀ ਥੋੜੀ ਗੱਲਬਾਤ ਵੀ ਹੋਈ ਸੀ ਇਸ ਬਾਰੇ। ਜਰਾ ਉਸ ਤੇ ਚਾਨਣਾ ਪਾਇਓ ਕਿ ਅੱਜ ਸਾਰਾ ਦਿਨ ਦਾ ਇਹ ਜਿਹੜਾ ਪ੍ਰਤੀਕਰਮ ਰਿਹਾ ਇਹ ਕਿਹੋ ਜਿਹਾ ਰਿਹਾ, ਬਾਕੀ ਲੋਕਾਂ ਦਾ ਜਿਹੜਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ, ਨੇਤਾਵਾਂ ਦਾ ਪ੍ਰਤੀਕਰਮ ਇਸ ਤੇ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਨੇਤਾ ਇਸ ਨੂੰ ਗਲਤ ਤਰੀਕੇ ਨਾਲ ਵੀ ਦੇਖ ਰਹੇ ਨੇ, ਜਰਾ ਇਸ ਤੇ ਚਾਨਣਾ ਪਾਇਓ। ਤੇ ਅੱਜ ਲਿਸਟ ਤੁਸੀਂ ਮੈਨੂੰ ਸਾਂਝੀ ਵੀ ਕੀਤੀ ਸੀਗੀ ਤੇ ਆਪਾਂ ਉਹਦੇ ਬਾਰੇ ਗੱਲ ਵੀ ਕੀਤੀ ਸੀ। ਸਭ ਤੋਂ ਜ਼ਿਆਦਾ ਹਰਿਆਣੇ ਅਤੇ ਗੁਜਰਾਤ ਦੇ ਬੱਚੇ ਸੀਗੇ, 33 ਦੋਵੇਂ ਸਟੇਟਾਂ ਦੇ ਬੱਚੇ ਸੀਗੇ, ਪੰਜਾਬ ਦੇ 30 ਬੱਚੇ ਸੀਗੇ। ਉਸ ਤੋਂ ਬਾਅਦ ਤੁਸੀਂ ਵੀ ਇੱਕ ਆਪਣਾ ਓਪੀਨੀਅਨ ਦਿੱਤਾ ਸੀਗਾ ਕਿ ਜਦੋਂ ਜ਼ਿਆਦਾ ਬੱਚੇ ਗੁਜਰਾਤ ਦੇ ਸੀਗੇ, ਹਰਿਆਣੇ ਦੇ ਸੀਗੇ, ਤੇ ਅੰਮ੍ਰਿਤਸਰ ਨੂੰ ਲੈਂਡ ਕਰਾਉਣ ਦੀ ਕੀ ਲੋੜ ਸੀਗੀ। ਤੇ ਉਹ ਅਸੀਂ ਵੀ ਦੇਖਿਆ ਪੰਜਾਬੀਆਂ ਨੂੰ ਮੇਰੇ ਹਿਸਾਬ ਨਾਲ ਇਹ ਦਿਖਾਉਣ ਵਾਸਤੇ, ਦੇਖੋ ਇਹ ਤਾਂ ਇਲੀਗਲ ਪੰਜਾਬੀ ਗਏ ਸੀ, ਉਹਨਾਂ ਨੂੰ ਉਤਾਰਨ ਵਾਸਤੇ ਨੈਸ਼ਨਲ ਮੀਡੀਆ 'ਚ ਇਹ ਪ੍ਰੋਪੇਗੈਂਡਾ ਪਰੋਸਣ ਵਾਸਤੇ ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਪੁਆਇੰਟ ਚੱਕਿਆ ਸੀ ਉਹਦਾ ਇਹੀ ਜਵਾਬ ਹੋ ਸਕਦਾ ਹੈ ਕਿ ਨੈਸ਼ਨਲ ਮੀਡੀਆ 'ਚ ਅਗਲਿਆਂ ਨੇ ਇਹ ਸਾਰੇ ਜਿਹੜੇ ਇਲੀਗਲ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਦੱਸਣਾ ਸੀਗਾ ਕਿ ਦੇਖੋ ਇਹ ਤਾਂ ਪੰਜਾਬ ਦੇ ਸੀਗੇ, ਜਦਕਿ ਪੰਜਾਬ ਦੇ ਸਿਰਫ 30 ਬੰਦੇ ਸੀਗੇ। ਇਹਨਾਂ ਚੋਂ ਜੇ ਆਪਾਂ ਗੱਲ ਕਰੀਏ 104 ਬੰਦਿਆਂ ਦੀ ਲਿਸਟ ਅਜੇ ਆਈ ਹੈ ਤੇ ਵਿਮਾਨ C-17 ਗਲੋਬ ਮਾਸਟਰ ਕਿਹਾ ਜਾਂਦਾ ਉਸਨੂੰ, ਜਿਹਦੇ 'ਚ ਆਰਮੀ ਪਲੇਨ ਹੈਗਾ ਉਹਨਾਂ ਦਾ, ਆਰਮੀ ਪਲੇਨ 'ਚ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਜਿਹੜੇ ਹੱਥਾਂ 'ਚ ਹੱਥਕੜੀਆਂ ਲੱਗੀਆਂ ਹੋਈਆਂ ਸੀ, ਪੈਰਾਂ ਤੇ ਬੇੜੀਆਂ ਲੱਗੀਆਂ ਹੋਈਆਂ ਸੀ। ਉਹਦੀ ਤਸਵੀਰਾਂ ਵੀ ਅੱਜ ਇੰਟਰਨੈਟ ਤੇ ਵਾਇਰਲ ਰਹੀਆਂ ਤੇ ਉਹਨੇ ਵੀ ਇੱਕ ਡਿਬੇਟ ਛੇੜੀ। ਤੇ ਅੱਜ 2 ਵਜੇ ਅੰਮ੍ਰਿਤਸਰ 에ਅਰਪੋਰਟ ਤੇ ਦੁਪਹਿਰੇ ਉਹ ਉਤਰਿਆ ਹੈਗਾ। ਤੇ ਇਹਦੇ 'ਚ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਤੇ ਪੰਜਾਬ ਦੇ 30 ਸੀਗੇ, ਹਰਿਆਣਾ ਗੁਜਰਾਤ ਦੇ 33 ਸੀਗੇ, ਯੂਪੀ ਦੇ 2-3 ਸੀਗੇ, 2-3 ਚੰਡੀਗੜ੍ਹ ਦੇ ਸੀਗੇ ਮੁੰਡੇ, ਤੇ ਇੱਕ ਅੱਧੇ ਸਟੇਟ ਦੇ ਹੋਰ ਹੋਣਗੇ। ਇਹ ਸਾਰਾ ਮਾਮਲਾ ਸੀਗਾ ਤੇ 3.5 ਘੰਟੇ ਤੋਂ 3 ਘੰਟੇ ਦੀ ਇਹ ਪ੍ਰੋਸੈਸ ਰਹੀ। ਉਹ ਸਾਰੇ ਬੱਚਿਆਂ ਨੂੰ ਉੱਥੇ ਉਤਾਰਿਆ ਗਿਆ ਤੇ ਬਾਅਦ 'ਚ ਪੁਲਿਸ ਦੀ ਗੱਡੀਆਂ 'ਚ ਉਹਨਾਂ ਦੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਘਰੇ ਭੇਜ ਦਿੱਤਾ ਗਿਆ ਚੈਕਿੰਗ ਕਰਕੇ। ਪਰ ਮਤਲਬ ਲੋਕ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਅਜੇ ਉਹ ਬਹੁਤ ਸਾਰੇ ਮੁੰਡੇ ਹਜੇ ਵੀ ਡਿਟੈਂਸ਼ਨ 'ਚ ਨੇ ਇੰਡੀਆ ਦੇ ਵਿੱਚ ਪੁਲਿਸ ਦੇ। ਤੇ ਇਸ ਤੋਂ ਇਲਾਵਾ ਇੱਕ ਲਿਸਟ ਹੋਰ ਹੈਗੀ ਆ ਜਿਹਦੇ 'ਚ 205 ਬੰਦਿਆਂ ਦੀ ਲਿਸਟ ਹੈ। ਇਹ ਤਾਂ 104 ਅੱਜ ਰਿਪੋਰਟ ਕੀਤੇ ਗਏ ਨੇ, 205 ਬੰਦਿਆਂ ਦੀ ਇੱਕ ਹੋਰ ਲਿਸਟ ਹੈ ਜਿਹਦੇ 'ਚ 186 186 ਇੰਡੀਅਨ ਹੈਗੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈਗਾ। ਤੇ ਜਿਹੜੀ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਹੈਗੀ ਆ, ਉਹਦੇ ਅਕੋਰਡਿੰਗ ਇੰਡੀਆ ਦੇ 19,000 ਜਿਹੜੇ ਲੋਕ ਹੈਗੇ ਆ ਉਹ ਇਲੀਗਲ ਇਮੀਗ੍ਰੈਂਟਸ ਹੈਗੇ ਆ ਅਮਰੀਕਾ ਦੇ, ਜਿਹੜੇ ਕਿ ਪਿਛਲੇ ਸਿਰਫ 11 ਦਿਨਾਂ ਅੰਦਰ ਹੀ 1700 ਇਲੀਗਲ ਇੰਡੀਅਨ ਇਮੀਗ੍ਰੈਂਟਸ ਨੂੰ ਉੱਥੇ ਫੜਿਆ ਗਿਆ ਹੈਗਾ। ਜਦੋਂ ਤੋਂ ਟਰੰਪ ਨੇ ਉਹਦਾ ਸ਼ਪਥ ਚੱਕੀ ਹੈਗੀ ਆ, ਉਹਨੇ ਉਹਦਾ ਸੰਭਿਆ, ਉਦੋਂ ਤੋਂ ਹੀ ਇਹ ਜਿਹੜੀ ਫੜੋ-ਫੜੀ ਹੈ ਜ਼ਿਆਦਾ ਹੋ ਰੱਖੀ ਹੈ। ਇਹਨਾਂ ਚੋਂ ਜਿਹੜਾ ਜ਼ਿਆਦਾ ਨਿਕਲ ਕੇ ਆ ਰਿਹਾ ਉਹ ਇਹ ਨਿਕਲ ਕੇ ਆ ਰਿਹਾ ਕਿ ਵੀਜ਼ਾ ਐਕਸਪਾਇਰੀ ਵਾਲਾ ਨਿਕਲ ਕੇ ਆ ਰਿਹਾ ਕਿ ਬਹੁਤ ਸਾਰੇ ਬੱਚੇ ਵਰਕ ਪਰਮਿਟ ਤੇ ਸੀਗੇ, ਉਹਨਾਂ ਦੇ ਵਰਕ ਪਰਮਿਟ ਪੂਰੇ ਹੋ ਗਏ ਸੀਗੇ। ਹੋਰ ਵੀ ਕਈ ਕਿਸਮ ਦੇ ਹੈਗੇ ਆ। ਤੇ ਜਿਹੜਾ ਅਮਰੀਕਾ ਨੇ ਟੋਟਲ 6 ਕਰੋੜ ਰੁਪਇਆ ਖਰਚ ਕੀਤਾ ਇਹਨਾਂ 104 ਬੱਚਿਆਂ ਨੂੰ ਇੰਡੀਆ ਭੇਜਣ ਵਾਸਤੇ, ਇਹ ਵੀ ਇੱਕ ਡੇਟਾ ਦੱਸਿਆ ਜਾ ਰਿਹਾ ਹੈ। ਇੰਡੀਆ ਵਾਲਿਆਂ ਨੂੰ ਸੱਚੀਓ ਕੋਈ ਸਮਝ ਨਹੀਂ ਆ ਰਿਹਾ, ਇੰਡੀਆ ਦੇ ਡਿਪਲੋਮੈਟ ਹੋਣ ਜਾਂ ਕੋਈ ਹੋਰ ਹੋਣ, ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਇਹਦੇ ਤੇ ਕਿਵੇਂ ਰਿਸਪੌਂਡ ਕਰੀਏ। ਕਿਉਂਕਿ ਜੇ ਉਹ ਸਿੱਧੇ ਤਰੀਕੇ ਨਾਲ ਇਹ ਕਹਿ ਕੇ ਰਿਸਪੌਂਡ ਕਰਦੇ ਨੇ, ਦੇਖੋ ਇਹ ਤਾਂ ਇਲੀਗਲ ਇਮੀਗ੍ਰੈਂਟ ਸੀਗੇ, ਇਹਨਾਂ ਨੂੰ ਤਾਂ ਭੇਜਿਆ ਜਾਣਾ ਹੀ ਸੀ, ਤਾਂ ਫਿਰ ਜਿਹੜੇ ਇੱਥੇ ਆਪਣੇ ਰੂਰਲ ਸੈਟਿੰਗਸ ਜਿਹੜੇ ਪਰਿਵਾਰ ਹੈਗੇ ਆ ਉਹ ਬੁਰਾ ਮਨਾਉਣਗੇ। ਕਿਉਂਕਿ ਆਪਾਂ ਨੂੰ ਪਤਾ ਕਿ ਨਾ ਇਹ ਬੱਚੇ 40 ਲੱਖ 45 ਲੱਖ ਰੁਪਇਆ ਲਾ ਕੇ ਅਮਰੀਕਾ ਗਏ ਸੀਗੇ। ਤੇ ਹਾਂ, ਤੁਹਾਨੂੰ ਪਤਾ ਕਿ ਕਈਆਂ ਨੇ ਤਾਂ ਆਪਣੀ ਜ਼ਮੀਨ ਵੀ ਵੇਚੀ ਹੋਣੀ ਹੈ, ਜ਼ਮੀਨ ਗਹਿਣੇ ਰੱਖੀ ਹੋਣੀ ਹੈ, ਉਹ ਅਮਰੀਕਾ ਪਹੁੰਚੇ ਸੀਗੇ। ਤੇ ਅਮਰੀਕਾ ਉਹ ਨਈ ਸੰਭਾਵਨਾ ਦੀ ਤਲਾਸ਼ 'ਚ ਗਏ ਸੀਗੇ ਕਿ ਉੱਥੇ ਉਹਨਾਂ ਨੂੰ ਉਹਨਾਂ ਦੇ ਨਏ ਦਰਵਾਜ਼ੇ ਖੁੱਲਣਗੇ, ਉਹਨਾਂ ਦੀ ਅਪਵਰਡ ਮੋਬਿਲਿਟੀ ਹੋਊਗੀ, ਉਹ ਚੰਗਾ ਕਮਾ ਖਾ ਸਕਣਗੇ। ਇੱਥੇ ਉਹਨੇ ਅਪੋਰਚੁਨਿਟੀ ਹੈ ਨਹੀਂ ਇੰਡੀਆ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਇਸ ਕਰਕੇ ਜਿਹੜਾ ਇਹ ਪਲੇਨ ਵਾਪਸ ਆਏ ਹੈ, ਇਹਦੇ 'ਚ ਜਿਹੜੇ ਪੇਂਡੂ ਇਲਾਕਿਆਂ 'ਚ ਇੱਕ ਅੱਡ ਕਿਸਮ ਦੀ ਇਹਦੇ 'ਚ ਨਿਰਾਸ਼ਾ ਹੈਗੀ ਆ, ਤੇ ਜਿਹੜੇ ਸ਼ਹਿਰੀ ਹੈਗੇ ਆ ਉਹ ਤਾਂ ਖੁਸ਼ੀ ਮਨਾ ਰਹੇ ਨੇ। ਮੈਂ ਇਹਦੇ ਤੇ ਟਵੀਟ ਪਾਇਆ ਸੀਗਾ, ਉਹਦੇ ਥੱਲੇ ਮੈਂ ਦੇਖਿਆ ਜਿਹੜੇ ਬੀਜੇਪੀ ਰਾਈਟ ਵਿੰਗ ਵਾਲੇ ਹੈਗੇ ਆ ਜਾਂ ਫਿਰ ਏਦਾਂ ਦੇ ਬੰਦੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਕਿ ਬੰਦਾ ਕਿਉਂ ਮਾਈਗ੍ਰੇਟ ਕਰਦਾ ਹੈਗਾ ਤੇ ਕਿਉਂ ਦੂਜੇ ਜਗ੍ਹਾ ਤੇ ਜਾ ਕੇ ਆਪਣੇ ਰੋਜ਼ਗਾਰ ਕੰਮਕਾਰ ਦੇ ਵਾਸਤੇ ਟਰੈਵਲ ਕਰਦਾ ਹੈਗਾ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਤੇ ਉਹ ਉਹਦੇ ਤੇ ਉਲਟਾ ਸਿੱਧਾ ਕਮੈਂਟ ਕਰ ਰਹੇ ਨੇ, ਇਲੀਗਲ ਸੀਗੇ ਤਾਂ ਭੇਜੇ ਜਾਣੇ ਸੀ। ਭਾਈ ਇਹ ਉਹਨਾਂ ਤੋਂ ਵੀ ਪੁੱਛ ਲਓ,
ਉਹ ਕਿੰਨੇ ਔਖੇ ਸੌਖੇ ਹੋ ਕੇ ਉੱਥੇ ਪਹੁੰਚੇ ਸੀਗੇ ਤੇ ਉੱਥੇ ਕਿਉਂ ਰਹਿ ਰਹੇ ਸੀਗੇ। 2 ਟਾਈਮ ਦੀ ਰੋਜੀ ਰੋਟੀ ਕਮਾਉਣ ਵਾਸਤੇ ਰਹਿ ਰਹੇ ਸੀਗੇ ਇੱਥੇ। ਮੈਂ ਤਾਂ ਇੱਕ ਪਿੰਡ ਖਾਨਪੁਰ ਖੁਰਦ ਹੈਗਾ, ਸਾਡੇ ਨੇੜੇ ਹੀ ਪੈਂਦਾ, ਉੱਥੋਂ ਦਾ ਇੱਕ ਮੁੰਡਾ ਸੀਗਾ ਤੇ ਉਹਦੇ ਘਰਦਿਆਂ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਘਰਦਿਆਂ ਨੇ ਡਾਇਰੈਕਟ ਤਾਂ ਗੱਲ ਨਹੀਂ ਕੀਤੀ, ਉਹਨਾਂ ਦੇ ਚਾਚੇ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦੇ ਯਾਰ ਅਸੀਂ ਤਾਂ ਮਤਲਬ ਕਰਜ਼ ਠਾ ਕੇ ਬੱਚੇ ਨੂੰ ਭੇਜਿਆ ਸੀਗਾ, ਹੁਣ ਦੱਸੋ ਕੀ ਕਰੀਏ। ਕੀ ਜੀ ਜੀ ਉੱਥੇ ਵਧੀਆ ਕਮਾ ਖਾ ਰਿਹਾ ਸੀਗਾ, ਹੁਣ ਇੱਥੇ ਵਾਪਸ ਭੇਜਦਾ, ਇੱਥੇ ਨਾ ਤਾਂ ਉਹਨੂੰ ਕੋਈ ਨੌਕਰੀ ਮਿਲੂਗੀ ਨਾ ਰੋਜ਼ਗਾਰ ਮਿਲੂਗਾ, ਤੇ ਇੱਥੇ ਉਹ ਐਂ ਰੁਲਦਾ ਰਹੂਗਾ। ਜੀ, ਇਹ ਤਾਂ ਹੈ। ਬਹੁਤ ਗਿਣਤੀ ਉਹਨਾਂ ਦੇ ਵਿੱਚੋਂ ਪੇਂਡੂ ਖੇਤਰ ਤੋਂ ਹੀ ਆਉਂਦੇ ਨੇ ਜਿਹੜੇ ਨੌਜਵਾਨ ਨੇ। ਇੱਕ ਹੁਸ਼ਿਆਰਪੁਰ ਦਾ ਨੌਜਵਾਨ ਸੀਗਾ ਇਸ ਦੇ ਵਿੱਚ, ਜਿਸ ਦੀ ਪਤਨੀ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਤਾਂ ਏਜੰਟ ਨੇ ਵੀ ਠੱਗੀ ਕੀਤੀ ਹੈ, ਉਹਨਾਂ ਨੇ ਸਾਨੂੰ 1 ਨੰਬਰ 'ਚ ਕਹਿ ਕੇ ਭੇਜਿਆ ਸੀ, ਪਰ ਬਾਅਦ ਦੇ ਵਿੱਚ ਨੌਕਰੀ ਲਵਾਈ ਗਈ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਵੀ ਸਾਨੂੰ ਬਹੁਤ ਸਮੇਂ ਤੱਕ ਤੰਗ ਰਹਿਣਾ ਪਿਆ ਤੇ ਅੰਤ ਹੁਣ ਵਾਪਸ ਮੋੜ ਦਿੱਤਾ ਗਿਆ। ਇਸ ਦੇ ਬਾਅਦ ਹੁਣ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਣਗੀਆਂ ਕਿ ਏਜੰਟ ਜਿਹੜੇ 2 ਨੰਬਰ ਦੇ ਵਿੱਚ ਭੇਜਦੇ ਸੀ, ਜਿੱਦਾਂ ਹੁਣ ਇਹੋ ਜਿਹੇ ਲੋਕ, ਇਹੋ ਜਿਹੇ ਨੌਜਵਾਨ ਵਾਪਸ ਆਉਣਗੇ, ਫਿਰ ਉਹ ਉਹਨਾਂ ਦੀ ਸੰਗੀ ਨੂੰ ਵੀ ਫੜਨਗੇ ਵੀ ਭਾਈ ਤੁਸੀਂ ਸਾਨੂੰ ਕਿਹੜੇ ਰਸਤੇ ਭੇਜਿਆ ਸੀ ਤੇ ਉਸ ਤੋਂ ਬਾਅਦ ਸਾਡਾ ਇਹ ਹਾਲ ਹੋਇਆ ਹੈ। ਹਾਲਾਂਕਿ ਇਸ ਦੇ ਵਿੱਚ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ, ਮੈਂ ਹੁਣੀ ਰਿਪੋਰਟ ਆਪਣੇ ਤੁਹਾਡੇ ਬੋਲਦਿਆਂ ਹੀ ਦੇਖ ਰਿਹਾ ਸੀ ਕਿ ਜਿੱਦਾਂ ਕਿਹਾ ਜਾਂਦਾ ਨਾ ਕਿ ਦੁਆਬਾ ਗੜ੍ਹ ਹੈ NRIਆਂ ਦਾ, ਉਸੇ ਤਰੀਕੇ ਦੇ ਨਾਲ 30 ਦੇ ਵਿੱਚੋਂ 14 ਤਾਂ ਸਿਰਫ ਤੇ ਸਿਰਫ ਦੁਆਬੇ ਨਾਲ ਹੀ ਸੰਬੰਧ ਰੱਖਦੇ ਨੇ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨਾਲ 14, ਅੱਧੇ ਹੀ ਕਹਿ ਸਕਦੇ ਆ ਤਕਰੀਬਨ। ਤੇ ਇਸੇ ਤਰੀਕੇ ਇਹਨਾਂ ਦੇ ਵਿੱਚੋਂ 30 ਦੇ ਵਿੱਚੋਂ ਬਹੁਤ ਗਿਣਤੀ ਪੇਂਡੂ ਖੇਤਰ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਨੇ ਖੇਤ ਵੇਚੇ ਹੋਣਗੇ, ਕੁਝ ਨੇ ਕਰਜ਼ਾ ਲਿਆ ਹੋਊਗਾ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ। ਇੱਕ ਤੁਸੀਂ ਆਪਣੇ ਨਜ਼ਦੀਕੀ ਪਿੰਡ ਦੇ ਨੌਜਵਾਨ ਦੀ ਵੀ ਗੱਲ ਕੀਤੀ ਹੈ। ਇਹ ਜਦੋਂ ਸਾਰੇ ਸਮੀਕਰਨ ਬਣਨਗੇ ਮਨਦੀਪ ਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਉਹਨਾਂ ਲੋਕਾਂ ਦੇ ਮਾਨਸਿਕ ਦਸ਼ਾ ਕਿਹੋ ਜੀ ਹੋਊਗੀ। ਆਪਾਂ ਉਸ ਦਾ ਅੰਦਾਜ਼ਾ ਤਾਂ ਨਹੀਂ ਲਾ ਸਕਦੇ, ਪਰ ਜਿਸ ਵਿਅਕਤੀ ਨੇ ਆਪਣਾ 40-50 ਜਾਂ ਜਿੰਨੇ ਵੀ ਲੱਖ ਲਾ ਕੇ ਉਹ ਗਿਆ ਹੋਊਗਾ, ਬੇਸ਼ੱਕ ਇਲੀਗਲ ਤਰੀਕੇ ਦੇ ਨਾਲ ਉੱਥੇ ਪਹੁੰਚੇ। ਹਾਲਾਂਕਿ ਪੰਜਾਬੀ ਰੇਡੀਓ USA ਦੀ ਇਹ ਕਹਿਣਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਲੀਗਲ ਤਰੀਕੇ ਨਾਲ ਹੋ ਰਹੇ ਕੰਮ ਦੀ ਅਸੀਂ ਉਤਸ਼ਾਹਿਤ ਨਹੀਂ ਕਰਦੇ ਉਹਨੂੰ। ਪਰ ਜਦੋਂ ਇਸ ਤਰੀਕੇ ਨਾਲ ਕੋਈ ਜਾਂਦਾ ਹੈ ਇੰਨੇ ਜ਼ਿਆਦਾ ਪੈਸੇ ਲਾ ਕੇ ਚੰਗੇ ਭਵਿੱਖ ਦੀ ਦੌੜ ਦੇ ਵਿੱਚ, ਤਾਂ ਜਦੋਂ ਇਹ ਸਾਰਾ ਕੁਝ ਉਹਨੂੰ ਦੇਖਣ ਨੂੰ ਸਾਹਮਣੇ ਮਿਲਦਾ ਹੈ, ਉਹ ਵਾਪਸ ਆ ਕੇ ਹੁਣ ਕਿਹੋ ਜਿਹੇ ਸਮੇਂ ਦੇ ਵਿੱਚੋਂ ਲੰਘਣਗੇ ਉਹ, ਜਿਹੜਾ ਮੈਂ ਚਾਹੁੰਦਾ ਇਸ ਤੇ ਟਿੱਪਣੀ ਤੁਸੀਂ ਕਰੋ ਕਿ ਉਹਨਾਂ ਨੂੰ ਕਿੱਦਾਂ ਦਾ ਸਮਾਂ ਫੇਸ ਕਰਨਾ ਪਊਗਾ ਹੁਣ। ਦੇਖੋ ਹੁਣ ਤਾਂ ਇੱਥੇ ਔਖਾ ਹੀ ਹੋਣਾ ਉਹਨਾਂ ਨੂੰ, ਤੇ ਕਿਉਂਕਿ ਇੱਥੇ ਨਾ ਤਾਂ ਉਹਨਾਂ ਨੂੰ ਜੋਬ ਮਿਲਣੀ ਹੈਗੀ ਆ, ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਰਹੀਏ, ਤੁਸੀਂ ਜਿਵੇਂ ਮਾਲਵੇ ਦਾ, ਦੁਆਬੇ ਦਾ, ਇਹ ਪੰਜਾਬ ਦਾ ਦੱਸ ਰਹੇ ਸੀ, ਜਿਵੇਂ ਦੁਆਬੇ ਤੋਂ ਜ਼ਿਆਦਾ ਸੀਗੇ ਮੁੰਡੇ 14, ਏਦਾਂ ਹੀ ਹਰਿਆਣੇ ਦੇ ਵਿੱਚ 3 ਡਿਸਟ੍ਰਿਕਾਂ ਤੋਂ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਆਪਾਂ ਨੂੰ। ਤੇ ਇੱਕ ਕੈਥਲ ਦੇ ਨੇੜੇ ਤੇੜੇ ਇੱਕ ਕੌਂਸਟੀਟੂਐਂਸੀ ਹੈਗੀ ਉਚਾਣਾ, ਜਿੱਥੋਂ ਦੁਸ਼ਯੰਤ ਚੌਟਾਲੇ ਨੇ ਚੋਣ ਲੜਿਆ ਸੀਗਾ ਤੇ ਇਸ ਵਾਰ ਤਾਂ ਉਹ ਹਾਰ ਗਿਆ। ਉਸ ਦੇ ਪਿੰਡਾਂ ਤੋਂ ਖਾਸੇ ਮੁੰਡੇ ਸੀਗੇ, ਤੇ ਆਪਣੇ ਜੀ ਫਤਿਆਬਾਦ ਵਾਲੀ ਬੈਲਟ ਹੋ ਗਈ, ਕੈਥਲ ਵਾਲੀ ਬੈਲਟ ਹੋ ਗਈ, ਹਿਸਾਰ ਵਾਲੀ ਬੈਲਟ ਹੋ ਗਈ, ਉਚਾਣਾ ਵਾਲੀ ਬੈਲਟ ਹੋ ਗਈ, ਜਿਹੜੇ ਘੱਗਰ ਦਰਿਆ ਜਿਹੜਾ ਪੰਜਾਬ ਅਤੇ ਹਰਿਆਣੇ ਨੂੰ ਦੋਵਾਂ ਨੂੰ ਨੈਚੁਰਲ ਉਹਨਾਂ ਦੀ ਬਾਉਂਡਰੀ, ਉਹਦੇ ਲਾਗੇ ਲਾਗੇ ਜੋੜਦਾ ਹੈ। ਹਰਿਆਣਾ ਦਾ ਜਿਹੜਾ ਬਾਰਡਰ ਵਾਲੀ ਬੈਲਟ, ਉੱਥੋਂ ਠੀਕ ਠਾਕ ਮੁੰਡੇ ਨੇ, ਤੇ ਉੱਥੋਂ ਜ਼ਿਆਦਾ ਮੁੰਡੇ ਨੇ ਹਰਿਆਣੇ ਦੇ। ਤੇ ਹਰਿਆਣੇ 'ਚ ਤਾਂ ਪਿਛਲੇ ਕਾਫੀ ਟਾਈਮ ਤੋਂ, ਪਿਛਲੇ 5-6 ਸਾਲ ਤੋਂ ਬਹੁਤ ਜ਼ਿਆਦਾ ਟ੍ਰੈਂਡ ਅਮਰੀਕਾ ਜਾਣ ਦਾ ਵਧਿਆ, ਡੋਂਕੀ ਰੂਟ ਰਾਹੀਂ ਜਾਣ ਦਾ ਜਿਹੜਾ ਹੈਗਾ ਉਹ ਟ੍ਰੈਂਡ ਵਧਿਆ। ਦੇਖੋ ਮੈਂ ਜਿਹੜੀ ਹਿਊਮਨਸ ਦੀ ਜਿਹੜੀ ਮਾਈਗ੍ਰੇਸ਼ਨ ਹੈ ਉਹਨਾਂ ਨੂੰ ਮੈਂ ਥੋੜਾ ਬਹੁਤ ਸਟੱਡੀ ਕੀਤਾ ਹੈਗਾ। ਇਨਸਾਨ ਨਾ ਅਪਵਰਡ ਮੋਬਿਲਿਟੀ ਵਾਸਤੇ ਤੇ ਚੰਗੇ ਭਵਿੱਖ, ਤੁਸੀਂ ਕਹਿ ਸਕਦੇ ਹੋ, ਕਈ ਲੋਕ ਉਹਨੂੰ ਨਈ ਸੰਭਾਵਨਾਵਾਂ ਕਹਿੰਦੇ ਨੇ ਕਿ ਨਏ ਕਿਸਮ ਦਾ ਸੰਸਾਰ ਸਿਰਜਣ ਵਾਸਤੇ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਕੋਈ ਤਰਾਸਦੀ ਹੁੰਦੀ ਹੈ, ਕੋਈ ਪੋਲੀਟੀਕਲ ਕ੍ਰਾਈਸਿਸ ਆਉਂਦਾ ਹੈ, ਸੋਸਾਇਟੀ ਦਾ ਆਪਣੇ ਆਪ 'ਚ ਕੋਈ ਕ੍ਰਾਈਸਿਸ ਆਉਂਦਾ ਹੈ, ਉਦੋਂ ਬੰਦਾ ਮੂਵ ਕਰਦਾ। ਮੈਂ ਤਾਂ ਜਦੋਂ ਇਹ ਹਰਿਆਣੇ ਪੰਜਾਬ ਦੀ ਜਿਹੜੀ ਪੂਰੀ ਮਾਈਗ੍ਰੇਸ਼ਨ ਹੈ, ਇਹਨੂੰ ਮੈਂ ਜਦੋਂ ਜੀ ਜੀ ਸਟੱਡੀ ਕਰਦਾ, ਉਦੋਂ ਮੈਨੂੰ ਲੱਗਦਾ ਕਿ ਜਿਹੜਾ ਪੋਲੀਟੀਕਲ, ਸੋਸ਼ਲ, ਇਕਨੋਮਿਕਲ, ਤਿੰਨੇ ਕ੍ਰਾਈਸਿਸ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਇੱਕ ਸਾਥ ਇਕੱਠੇ ਕਿਤੇ ਨਾ ਕਿਤੇ ਲੋਕਾਂ ਤੇ ਪਏ ਨੇ, ਤੇ ਇਸੇ ਕਰਕੇ ਉਹ ਮੂਵ ਕੀਤਾ ਹੈਗਾ। ਮੈਨੂੰ ਲੱਗਦਾ ਕਿ ਜਿਹੜੇ ਹਰਿਆਣੇ ਪੰਜਾਬ ਦੇ ਲੋਕ ਹੈਗੇ ਆ ਉਹ ਖਾਸੇ ਸਟਰੋਂਗ ਨੇ। ਜੇ ਇੱਕ ਅੱਧਾ ਕੋਈ ਕ੍ਰਾਈਸਿਸ ਹੁੰਦਾ, ਮੰਨ ਲਓ ਕੋਈ ਸੋਸ਼ਲ ਕ੍ਰਾਈਸਿਸ ਹੀ ਹੁੰਦਾ ਜਾਂ ਫਿਰ ਕੱਲਾ ਪੋਲੀਟੀਕਲ ਕ੍ਰਾਈਸਿਸ ਹੀ ਹੁੰਦਾ, ਉਦੋਂ ਮੈਨੂੰ ਲੱਗਦਾ ਕਿ ਮੂਵ ਨਹੀਂ ਕਰਦੇ। ਤਿੰਨੋਂ ਕ੍ਰਾਈਸਿਸ ਇਕੱਠੇ ਪੈ ਗਏ, ਪੋਲੀਟੀਕਲ, ਸੋਸ਼ਲ ਅਤੇ ਜਿਹੜਾ ਆਪਾਂ ਗੱਲ ਕਰੀਏ ਇਕਨੋਮਿਕਲ, ਤੇ ਤਿੰਨੇ ਜੀ ਕ੍ਰਾਈਸਿਸ ਇਹੀ ਇਕੱਠੇ ਪੈਣ ਕਰਕੇ ਹੀ ਇਹ ਮਾਈਗ੍ਰੇਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ।
ਇਹੀ ਕਾਰਨ ਹੈ ਫਿਰ ਇਹ ਵੀ ਇੱਕ ਤਰੀਕੇ ਦਾ ਡਿਪੋਰਟ ਹੋ ਕੇ ਇਸ ਤਰੀਕੇ ਨਾਲ ਉਹਨਾਂ ਦਾ ਜਹਾਜ਼ਾਂ ਚੋਂ ਹੱਥਕੜੀਆਂ ਲਵਾ ਕੇ ਉਤਰਨਾ ਸਾਡੇ ਜਿਹੜੇ ਨੇਤਾ ਨੇ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਮੂੰਹ ਤੇ ਵੀ ਚਪੇੜ ਵਰਗਾ ਹੈ ਕਿ ਤੁਸੀਂ ਉਹਨਾਂ ਨੂੰ ਇੱਥੇ ਵੀ ਚੰਗਾ ਪ੍ਰਬੰਧ ਨਹੀਂ ਦੇ ਸਕੇ ਤੇ ਜਿਸ ਜਗ੍ਹਾ ਤੇ ਉਹ ਇਸ ਭਾਲ ਚ ਗਏ ਉਹਨਾਂ ਨੇ ਆਪਣੀ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ ਵਾਪਸ ਫਿਰ ਉਹਨਾਂ ਨੂੰ ਉਸੇ ਜਗ੍ਹਾ ਤੇ ਸਿੱਟ ਦਿੱਤਾ ਜਿਹੜੇ ਮਾਹੌਲ ਤੋਂ ਬਚਣ ਦੇ ਲਈ ਜਿਹੜੇ ਮਾਹੌਲ ਤੋਂ ਚੰਗੀ ਭਾਲ ਵੱਲ ਨੂੰ ਚੰਗੇ ਪਾਸੇ ਵੱਲ ਨੂੰ ਉਹਨਾਂ ਨੇ ਰੁਖ ਕੀਤਾ ਸੀ ਇਹ ਉਹਨਾਂ ਲਈ ਵੀ ਬਹੁਤ ਵੱਡੀ ਇੱਕ ਮੈਨੂੰ ਲੱਗਦਾ ਗੱਲ ਹੈ ਕਿ ਉਹਨਾਂ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਮੈਨੂੰ ਲੱਗਦਾ ਅਗਲੀ ਖਬਰ ਦੇ ਵੱਲ ਜਾਣ ਦਾ ਸਮਾਂ ਹੋ ਗਿਆ ਅਗਲੀ ਖਬਰ ਜੁੜੀ ਹੋਈ ਹੈ ਜੀ ਮੋਦੀ ਸਾਹਿਬ ਦੇ ਨਾਲ ਅੱਜ ਬੇਸ਼ੱਕ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਪਰ ਮੋਦੀ ਸਾਹਿਬ ਕਿਸ਼ਤੀ ਵਿੱਚ ਬੈਠ ਕੇ ਜੋਗੀ ਹੋਣਾ ਦੇ ਨਾਲ ਤੇ ਆਨੰਦ ਮਾਣ ਰਹੇ ਸੀ ਕਹਿੰਦੇ ਉਹ ਮਹਾਕੁੰਭ ਦਾ ਤੇ ਉਹਨਾਂ ਨੇ ਅੱਜ ਸ਼ਾਇਦ ਡੁਬਕੀ ਵੀ ਲਾਈ ਹੈ ਜੀ ਹਾਂਜੀ ਅੱਜ ਉਹਨਾਂ ਨੇ ਡੁਬਕੀ ਲਾਈ ਹੈਗੀ ਆ ਤੇ ਵੀਵੀਆਈਪੀ ਪ੍ਰੋਟੋਕੋਲ ਫੋਲੋ ਕੀਤਾ ਗਿਆ ਜਿਹੜਾ ਜਿਸ ਵੀਵੀਆਈਪੀ ਪ੍ਰੋਟੋਕੋਲ ਜਾਂ ਵੀਆਈਪੀ ਪ੍ਰੋਟੋਕੋਲ ਨੂੰ 4-5 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਜਾ ਰਹੀਆਂ ਸੀ ਕਿਉਂਕਿ ਉੱਥੇ ਉਸ ਵੀਵੀਆਈਪੀ ਪ੍ਰੋਟੋਕੋਲ ਜਾਂ ਵੀਵੀਆਈਪੀ ਪ੍ਰੋਟੋਕੋਲ ਕਰਕੇ ਉੱਥੇ ਸਟੈਂਪੇਡ ਹੋਇਆ ਸੀਗਾ ਜਿਹੜਾ ਭਗਦੜ ਮੱਚੀ ਸੀ ਉਹਦੇ 'ਚ ਕਿੰਨੇ ਹੀ ਲੋਕਾਂ ਦੀ ਡੈਥਸ ਹੋਈਆਂ ਸੀਗੀਆਂ ਉਹਨਾਂ 'ਚ ਜੇ ਆਪਾਂ ਗੱਲ ਕਰੀਏ ਆਫੀਸ਼ੀਅਲ ਜਿਹੜਾ ਸਰਕਾਰ ਜਿਹੜਾ ਡੇਟਾ ਦੇ ਰਹੀ ਉਹਦੇ 'ਚ ਤਾਂ ਸਿਰਫ 30 ਬੰਦਿਆਂ ਦੀ ਮੌਤਾਂ ਦਾ ਜ਼ਿਕਰ ਕਰ ਰਹੀ ਹੈ ਸਰਕਾਰ ਤਾਂ ਜਦਕਿ ਆਪਾਂ ਨੂੰ ਪਤਾ ਹੈ ਕਿ ਸਮਾਜਵਾਦੀ ਪਾਰਟੀ ਹੋਵੇ ਕਾਂਗਰਸ ਹੋਵੇ ਉੱਥੋਂ ਦੇ ਲੋਕ ਹੋਣ ਉੱਥੋਂ ਦੇ ਜਿਹੜੇ ਸਫਾਈ ਕਰਮਚਾਰੀ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਡੈਥ ਦਾ ਨੰਬਰ ਹੈਗਾ ਉਹ ਖਾਸਾ ਵੱਡਾ ਹੈਗਾ ਤੇ ਅੱਜ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੇ ਮੈਨੂੰ ਲੱਗਦਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਇਫੈਕਟ ਤੇ ਅਸਰ ਪਾਉਣ ਵਾਸਤੇ ਹੀ ਉੱਥੇ ਡੁਬਕੀ ਲਾਈ ਹੈਗੀ ਆ ਤੇ ਉਹ ਡੁਬਕੀ ਕਿਤੇ ਨਾ ਕਿਤੇ ਉਹਨਾਂ ਸਟੈਂਪੇਡ 'ਚ ਮਾਰੇ ਗਏ ਲੋਕਾਂ ਦੇ ਖੂਨ ਦੇ ਵਿੱਚ ਹੀ ਲਾਈ ਹੈ ਮੈਨੂੰ ਲੱਗਦਾ ਉਹ ਗੰਗਾ ਦੇ ਵਿੱਚ ਨਹੀਂ ਲਾਈ ਤੇ ਉਹ ਬਹੁਤ ਬੇਸ਼ਰਮ ਹੋ ਕੇ ਅੱਜ ਉੱਥੇ ਗਏ ਸੀਗੇ ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਤੇ ਅੱਜ ਸਟੀਮਰ ਦੇ ਵਿੱਚ ਉਹਨਾਂ ਨੇ ਸੰਗਮ ਵਿੱਚ ਐਂਟਰੀ ਲਿੱਤੀ ਹੈਗੀ ਆ ਤੇ ਸਾਰਾ ਆਪਾਂ ਦੇਖ ਰਹੇ ਸੀ ਨੈਸ਼ਨਲ ਮੀਡੀਆ ਸਾਰਾ ਉਹਨਾਂ ਨੂੰ ਦਿਖਾ ਰਿਹਾ ਸੀਗਾ ਤੇ ਇੱਧਰ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਸੀ ਤੇ ਉਹ ਜਿਹੜੀ ਹਿੰਦੂ ਭੀੜ ਹੈਗੀ ਆ ਉਹਨੂੰ ਦਿਖਾਉਣ ਵਾਸਤੇ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਇਹਦੇ ਬਾਰੇ ਆਪਾਂ ਗੱਲ ਕਰਨ ਦੀ ਬਜਾਏ ਜਿਹੜਾ ਐਗਜ਼ਿਟ ਪੋਲ ਹੈਗਾ ਦਿੱਲੀ ਦਾ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਵਾਸਤੇ ਹੀ ਅੱਜ ਇਹ ਕੀਤਾ ਸੀ ਨਰਿੰਦਰ ਮੋਦੀ ਨੇ ਤੇ ਇਹਦਾ ਠੀਕ ਹਾਂ ਤੇ ਮੈਨੂੰ ਲੱਗਦਾ ਕਿ ਇਹਦਾ ਮਾੜਾ ਮੋਟਾ ਅਸਰ ਵੀ ਪਿਆ ਹੋਊਗਾ ਕਿਉਂਕਿ ਲੋਕ ਦੇਖਦੇ ਨੇ ਸਾਰੀਆਂ ਚੀਜ਼ਾਂ ਜਿਹੜਾ ਤੁਸੀਂ ਇਹਨੂੰ ਬੇਰ ਸਿੰਬੋਲਿਜ਼ਮ ਕਹਿ ਸਕਦੇ ਹੋ ਕਿ ਸਿਰਫ ਸਿੰਬੋਲਿਜ਼ਮ ਹੈਗਾ ਇਹ ਲੇਕਿਨ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਜਾਂ ਖਬਰਾਂ ਰਾਹੀਂ ਲੋਕ ਸਿਰਫ ਸਿੰਬੋਲਿਜ਼ਮ ਨੂੰ ਹੀ ਮੇਨ ਚੀਜ਼ ਮੰਨ ਲੈਂਦੇ ਨੇ ਤੇ ਇਹ ਸਿੰਬੋਲਿਕ ਐਕਟ ਸੀਗਾ ਨਰਿੰਦਰ ਮੋਦੀ ਦਾ ਆਪਣੇ ਆਪ ਨੂੰ ਹਿੰਦੂਤਵਾ ਦਾ ਲੀਡਰ ਦਿਖਾਉਣ ਦਾ ਤੇ ਉਹਦਾ ਅਸਰ ਮੈਨੂੰ ਲੱਗਦਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਵੀ ਗਿਆ ਹੈਗਾ ਜੀ ਜੀ ਸੋ ਅਸਰ ਤਾਂ ਜ਼ਰੂਰ ਪਿਆ ਹੋਊਗਾ ਕਿਉਂਕਿ ਇਹਨਾਂ ਦੇ ਕੋਲ ਪਤਾ ਨਹੀਂ ਇਹੋ ਜਿਹੀਆਂ ਕਿਹੜੀਆਂ ਕੰਪਨੀਆਂ ਨੇ ਜਿਹੜੀ ਇੰਨੀ ਚੰਗੇ ਤਰੀਕੇ ਨਾਲ ਇਹਨਾਂ ਨੂੰ ਰਣਨੀਤੀ ਬਣਾ ਕੇ ਇੰਨੇ ਚੰਗੇ ਤਰੀਕੇ ਨਾਲ ਰਣਨੀਤੀ ਘੜ ਕੇ ਇਹਨਾਂ ਦੇ ਅੱਗੇ ਰੱਖਦੀਆਂ ਨੇ ਕਿ ਲੱਭ ਲੈਂਦੇ ਨੇ ਕਿ ਕਿਹੜੀ ਘਟਨਾ ਦਾ ਲਾਹਾ ਕਿਸ ਤਰੀਕੇ ਦੇ ਨਾਲ ਲੈਣਾ ਹੈ ਬੇਸ਼ੱਕ ਉਹ ਘਟਨਾ ਛੋਟੀ ਹੋਵੇ ਬੇਸ਼ੱਕ ਉਹ ਘਟਨਾ ਵੱਡੀ ਹੋਵੇ ਉਧਰ ਰਾਜ ਸਭਾ ਤੇ ਲੋਕ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਹੈ ਇਜਲਾਸ ਚੱਲ ਰਿਹਾ ਹੈ ਉੱਥੇ ਆਏ ਦਿਨ ਪਟਾਕੇ ਪਾਉਣ ਵਾਲੀਆਂ ਸਪੀਚਾਂ ਸੁਣਨ ਨੂੰ ਮਿਲਦੇ ਜੀ ਜੀ ਗੁਰਪ੍ਰੀਤ ਆਪਾਂ ਇਹਦੇ ਨਾਲ ਹੀ ਐਗਜ਼ਿਟ ਪੋਲ ਆਏ ਨੇ ਉਹਨਾਂ ਬਾਰੇ ਵੀ ਗੱਲ ਕਰ ਲੈਂਦੇ ਆ ਜਿਹੜੇ ਜੀ ਉਸ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਪਹਿਲਾਂ ਗੱਲ ਕਰ ਲੈਂਦੇ ਆ ਮੈਂ ਤੁਹਾਡੇ ਤੋਂ ਇਹੀ ਪੁੱਛ ਲੈਣਾ ਪਹਿਲਾਂ ਫਿਰ ਆਪਾਂ ਰਾਜ ਸਭਾ ਲੋਕ ਸਭਾ ਤੇ ਚਲੇ ਜਾਵਾਂਗੇ ਮਾਫੀ ਚਾਹਣਾ ਐਗਜ਼ਿਟ ਪੋਲ ਤੇ ਜ਼ਰਾ ਤੁਸੀਂ ਪਾਓ ਚਾਨਣਾ ਕਿ ਕਿਸ ਤਰੀਕੇ ਦੇ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਜਿਹੋ ਜੀਆਂ ਗੱਲਾਂ ਇੰਟਰਨਲ ਰਿਪੋਰਟਾਂ ਆਮ ਆਦਮੀ ਪਾਰਟੀ ਨੂੰ ਆ ਰਹੀਆਂ ਸੀ ਜਿਹਨੇ ਚਿੰਤਾ ਵਧਾਈ ਹੋਈ ਸੀ ਉਹਨਾਂ ਦੀ ਉਹੋ ਜੇ ਕੁਝ ਦੇਖਣ ਨੂੰ ਮਿਲਿਆ ਐਗਜ਼ਿਟ ਪੋਲਾਂ ਦੇ ਵਿੱਚ ਕਿਹੜੇ ਪਾਸੇ ਨੂੰ ਜ਼ਿਆਦਾ ਚੜ੍ਹਤ ਹੈ ਬੇਸ਼ੱਕ ਜੇ ਕਾਂਗਰਸ ਦੀ ਗੱਲ ਕਰ ਲਈਏ ਉਹ ਤਾਂ ਇਸੇ ਦੌਰ 'ਚ ਪਏ ਹੋਏ ਸੀ ਵੀ ਅਸੀਂ ਕਿਸੇ ਤਰੀਕੇ ਸਾਡੀ ਵੋਟ ਪ੍ਰਤੀਸ਼ਤਤਾ ਹੀ ਵੱਧ ਜਾਵੇ ਸਾਨੂੰ ਬਹੁਤੀਆਂ ਸੀਟਾਂ ਆਉਣ ਨਾ ਆਉਣ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਉਹੋ ਜੀ ਉਹਨਾਂ ਨੇ ਪਰਫਾਰਮੈਂਸ ਕੀਤੀ ਉਹੋ ਜੇ ਉਹਨਾਂ ਨੇ ਉੱਥੇ ਜਿਹੜਾ ਕਹਿ ਲਈਏ ਰੈਲੀਆਂ ਦਾ ਦੌਰ ਰੱਖਿਆ ਤੇ ਭਾਜਪਾ ਨੇ ਵੱਡੇ ਨੇਤਾ ਸਾਰੇ ਮੈਦਾਨ 'ਚ ਰੱਖੇ ਤੇ ਉਹਨਾਂ ਨੇ ਜੱਜ ਕੇ ਉੱਥੇ ਸਾਰਾ ਕੁਝ ਕੀਤਾ ਤੇ ਕੇਜਰੀਵਾਲ ਨੇ ਵੀ ਜ਼ੋਰ ਲਾਇਆ ਪਰ ਹੁਣ ਐਗਜ਼ਿਟ ਪੋਲ ਕੀ ਦੱਸ ਰਹੇ ਨੇ ਦੇਖੋ ਐਗਜ਼ਿਟ ਪੋਲ ਜੇ ਆਪਾਂ ਕਹੀਏ ਕਿ ਜਿਹੜੇ ਨੈਸ਼ਨਲ ਮੀਡੀਆ ਦੇ ਵਿੱਚ ਦਿਖਾਏ ਜਾਂਦੇ ਨੇ ਉਹਨਾਂ ਚੋਂ ਟੋਟਲ 11 ਵੱਡੇ ਐਗਜ਼ਿਟ ਪੋਲ ਨੇ ਉਹਨਾਂ ਚੋਂ ਸਿਰਫ ਦੋ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਨੇ ਬਾਕੀ 9 ਐਗਜ਼ਿਟ ਪੋਲ ਜਿਹੜੇ ਕਿ ਮੇਨ ਸਟ੍ਰੀਮ ਨਿਊਜ਼ ਚੈਨਲਾਂ ਦੇ ਐਗਜ਼ਿਟ ਪੋਲ ਹੈਗੇ ਆ ਉਹ ਉੱਥੇ ਬੀਜੇਪੀ ਦੀ ਸਰਕਾਰ ਬਣਾ ਰਹੇ ਨੇ ਕਿ ਉੱਥੇ ਆਮ ਆਦਮੀ ਪਾਰਟੀ ਹਾਰ ਰਹੀ ਹੈ ਤੇ ਬੀਜੇਪੀ
26 ਸਾਲਾਂ ਬਾਅਦ ਦਿੱਲੀ ਦੇ ਵਿੱਚ ਦੁਬਾਰੇ ਤੋਂ ਹਕੂਮਤ ਵਿੱਚ ਆ ਰਹੀ ਹੈ। ਇਹ ਦੇਖਣ ਨੂੰ ਮਿਲਿਆ। ਜੇ ਮੈਂ ਮੋਟਾ-ਮੋਟਾ ਮੇਰੇ ਲੈਪਟਾਪ ਸਕਰੀਨ ਤੋਂ ਜੇ ਐਗਜ਼ਿਟ ਪੋਲਾਂ ਬਾਰੇ ਪੜ੍ਹਦਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ। ਜੀ ਜੀ ਮੈਟਰੀਜ਼ ਦਾ ਜਿਹੜਾ ਐਗਜ਼ਿਟ ਪੋਲ ਹੈ ਉਹ ਆਮ ਆਦਮੀ ਪਾਰਟੀ ਨੂੰ 32 ਤੋਂ 37 ਸੀਟਾਂ ਦੇ ਰਿਹਾ ਹੈ ਤੇ ਜੀ ਬੀਜੇਪੀ ਨੂੰ 35 ਤੋਂ 40 ਸੀਟਾਂ ਦੇ ਰਿਹਾ ਹੈ, ਕਾਂਗਰਸ ਨੂੰ 0 ਤੋਂ 1। ਪੀਪਲਸ ਇਨਸਾਈਟ ਦਾ ਜਿਹੜਾ ਸਰਵੇ ਹੈ ਉਹ ਵੀ ਬੀਜੇਪੀ ਨੂੰ ਜਿਤਾ ਰਿਹਾ ਹੈ, 40 ਤੋਂ 45 ਸੀਟਾਂ ਬੀਜੇਪੀ ਨੂੰ ਦੇ ਰਿਹਾ ਹੈ। ਪੀਪਲਸ ਪਲਸ ਦਾ ਵੀ 51 ਤੋਂ 60 ਸੀਟਾਂ ਬੀਜੇਪੀ ਨੂੰ ਦੇ ਰਿਹਾ ਹੈ। ਜੇਵੀਸੀ ਪੋਲਸ ਦਾ ਵੀ ਜਿਹੜਾ ਸਰਵੇ ਹੈਗਾ ਉਹ ਬੀਜੇਪੀ ਨੂੰ ਜਿਤਾ ਰਿਹਾ ਹੈ, 39 ਤੋਂ 45 ਸੀਟਾਂ। ਪੀ ਮਾਰਕ ਦਾ ਜਿਹੜਾ ਐਗਜ਼ਿਟ ਪੋਲ ਹੈ ਉਹ ਵੀ ਬੀਜੇਪੀ ਦੀ ਸਰਕਾਰ ਬਣਾ ਰਿਹਾ ਹੈ, 39 ਤੋਂ 49 ਸੀਟਾਂ। ਚਾਣਕਿਆ ਸਟ੍ਰੈਟੇਜੀਜ਼, ਚਾਣਕਿਆ ਵਾਲੇ ਨੂੰ ਠੀਕ ਠਾਕ ਮੰਨਿਆ ਜਾਂਦਾ, ਉਹਦੀ ਕ੍ਰੈਡੀਬਿਲਿਟੀ ਠੀਕ ਠਾਕ ਮੰਨੀ ਜਾਂਦੀ ਹੈ, ਜੀ ਉਹ ਵੀ ਬੀਜੇਪੀ ਨੂੰ ਜਿਤਾ ਰਿਹਾ ਹੈ ਤੇ ਉੱਥੇ 39 ਤੋਂ 44 ਸੀਟਾਂ ਬੀਜੇਪੀ ਨੂੰ ਦੇ ਰਿਹਾ ਹੈ। ਪੋਲ ਡਾਇਰੀ ਦਾ ਜਿਹੜਾ ਸਰਵੇ ਹੈ ਉਹ 42 ਤੋਂ 50। ਡੀਵੀ ਰਿਸਰਚ ਜਿਹੜਾ ਦੈਨਿਕ ਭਾਸਕਰ ਵਾਲਿਆਂ ਦਾ ਹੈਗਾ ਉਹ 36 ਤੋਂ 44 ਸੀਟਾਂ ਬੀਜੇਪੀ ਨੂੰ ਦੇ ਰਿਹਾ, ਉਹ ਵੀ ਉੱਥੇ ਜਿਹੜੀ ਹੈਗੇ ਜੇ ਆਪਾਂ ਗੱਲ ਕਰੀਏ ਬੀਜੇਪੀ ਨੂੰ ਜਿਤਾ ਰਿਹਾ ਹੈ। ਵੀ ਪ੍ਰਾਈਸਡ ਦਾ ਜਿਹੜਾ ਸਰਵੇ ਹੈ ਉਹ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਿਹਾ, ਉਹਨੇ 46 ਤੋਂ 52 ਸੀਟਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ। ਮਾਈਂਡ ਬ੍ਰਿੰਕ ਵਾਲੇ ਨੇ ਵੀ ਜਿਹੜੇ ਉੱਥੇ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਉੱਥੇ 44 ਤੋਂ 50 ਸੀਟਾਂ ਆਮ ਆਦਮੀ ਪਾਰਟੀ ਦੀ ਮਾਈਂਡ ਬ੍ਰਿੰਕ ਵਾਲੇ ਦੇ ਰਹੇ ਨੇ ਤੇ 21 ਤੋਂ 25 ਸੀਟਾਂ ਉਹ ਬੀਜੇਪੀ ਨੂੰ ਦੇ ਰਹੇ ਨੇ। ਤੇ ਇਹ ਮੋਟਾ ਹੈਗਾ। ਬਾਕੀ ਤੁਹਾਡੇ ਕਾਂਗਰਸ ਦੇ ਐਮਪੀ ਹੈਗੇ ਆ ਔਜਲਾ, ਗੁਰਜੀਤ ਸਿੰਘ ਔਜਲਾ, ਉਹ ਉੱਥੇ ਬਿਆਨਬਾਜ਼ੀਆਂ ਕਰ ਰਹੇ ਨੇ, ਕਹਿ ਰਹੇ ਕਿ ਕਾਂਗਰਸ ਨੂੰ ਤਾਂ ਸਾਰੇ ਐਗਜ਼ਿਟ ਪੋਲ ਇੱਕ ਅੱਧੀ ਸੀਟ ਦਿਖਾ ਰਹੇ ਆ, 0 ਤੋਂ 1 ਸੀਟ ਜੀ ਦਿਖਾ ਰਹੇ ਨੇ। ਉਹ ਕਹਿ ਰਹੇ ਨੇ ਜੀ ਸਾਡਾ ਤਾਂ ਬਹੁਤ ਵੱਡਾ ਨੰਬਰ ਆਉਣ ਵਾਲਾ ਹੈ। ਗੁਰਪ੍ਰੀਤ, ਮੈਂ ਤਾਂ ਇਹ ਕਹਿਣਾ ਚਾਹਾਂਗਾ ਗੁਰਜੀਤ ਔਜਲਾ ਜੀ, ਕੀ ਨੰਬਰ ਆਊਗਾ ਦੱਸ ਤਾਂ ਦਿਓ। ਕਾਂਗਰਸ ਉੱਥੇ 4% ਵੋਟ ਪਿਛਲੇ ਸਾਲ ਪਿਛਲੇ ਸਾਲ ਸੀਗੇ। ਇਸ ਵਾਰ ਮੈਨੂੰ ਲੱਗ ਰਿਹਾ ਕਿ ਉਹਨਾਂ ਦਾ 2-3% ਹੋਰ ਵੱਧ ਜਾਊਗਾ। ਤੁਸੀਂ ਸਿਰਫ ਔਰ ਸਿਰਫ ਆਮ ਆਦਮੀ ਬੀਜੇਪੀ ਨੂੰ ਉੱਥੇ ਜਿਤਾਉਣ ਵਾਸਤੇ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਉੱਥੇ ਚੋਣ ਲੜਦੇ ਸੀਗੇ। ਇੰਨੀ ਸਿੱਧੀ ਗੱਲ ਤੁਸੀਂ ਪਤਾ ਨਹੀਂ ਕਹਿ ਕਿਉਂ ਨਹੀਂ ਪਾ ਰਹੇ। ਜੀ ਜੀ ਇੱਕ ਤਰੀਕੇ ਦੇ ਨਾਲ ਆਪਣੇ ਜਿਹੜੇ ਨੇਤਾ ਨੇ ਉਹਨਾਂ ਦਾ ਮੁਰਾਲ ਵੀ ਤਾਂ ਆਪ ਰੱਖਣਾ ਹੈ ਨਾ। ਇਹੋ ਜਿਹੀਆਂ ਗੱਲਾਂ ਕਹਿ ਕੇ 8 ਤਰੀਕ ਤੱਕ ਉਹਨਾਂ ਨੂੰ ਧਰਾਸ ਤਾਂ ਦੇਣਾ ਹੈ ਨਾ ਵੀ ਭਾਈ ਕੋਈ ਨਾ ਆਪਾਂ ਪਹੁੰਚ ਰਹੇ ਹਾਂ, ਲਾਗੇ ਜਾ ਰਹੇ ਹਾਂ, ਆਪਾਂ ਕੁਝ ਕਰਦੇ ਹਾਂ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਗਿਣਾਏ ਨੇ, ਕੋਈ 40 ਤੋਂ 45, ਕੋਈ 51 ਤੋਂ 60 ਤੇ ਕੋਈ 39 ਤੋਂ 45, ਤਕਰੀਬਨ ਬਹੁਤੇ ਜਿਹੜੇ ਐਗਜ਼ਿਟ ਪੋਲ ਨੇ ਉਹ ਭਾਜਪਾ ਦੀ ਸਰਕਾਰ ਬਣਦੀ ਹੋਈ ਦਿਖਾ ਰਹੇ ਨੇ। ਇਸ ਤੋਂ ਪਹਿਲਾਂ ਵੀ ਜਦੋਂ ਆਪਾਂ ਇਲੈਕਸ਼ਨ ਵਾਲੇ ਦਿਨ ਤੋਂ ਪਹਿਲਾਂ ਵੀ ਗੱਲਾਂ ਕਰ ਰਹੇ ਸੀ ਤਾਂ ਤਕਰੀਬਨ ਆਪ ਅਤੇ ਭਾਜਪਾ ਦੇ ਵਿਚਾਲੇ ਮੁਕਾਬਲੇ ਦੀਆਂ ਹੀ ਗੱਲਾਂ ਚੱਲ ਰਹੀਆਂ ਸੀ। ਹੁਣ ਵੇਖਦੇ ਹਾਂ 8 ਤਰੀਕ ਨੂੰ ਨਤੀਜਾ ਕੀ ਨਿਕਲਦਾ, ਪਰ ਅੱਗੇ ਚੱਲਦੇ ਹਾਂ ਰਾਜ ਸਭਾ ਤੇ ਲੋਕ ਸਭਾ ਦੇ ਜਿਹੜੇ ਇਜਲਾਸ। ਜੀ ਅੱਛਾ, ਇਹਦੇ 'ਚ ਮੈਂ ਇੱਕ ਕਮੈਂਟ ਕਰਨਾ ਚਾਹਾਂਗਾ ਜੀ ਗੁਰਪ੍ਰੀਤ। ਜੀ ਜ਼ਰੂਰ। ਮੈਂ ਆਪਣਾ ਆંકੜਾ ਦੱਸਣਾ ਹੋਵੇ ਤਾਂ ਮੈਨੂੰ ਲੱਗਦਾ ਕਿ 42 ਤੋਂ 47 ਸੀਟਾਂ ਆਮ ਆਦਮੀ ਪਾਰਟੀ ਦੀਆਂ ਆ ਰਹੀਆਂ ਨੇ। ਆਮ ਆਦਮੀ ਪਾਰਟੀ ਉੱਥੇ ਸਰਕਾਰ ਬਣਾਊਗੀ ਦਿੱਲੀ ਦੇ ਵਿੱਚ। 42 ਤੋਂ 47 ਸੀਟਾਂ ਉਹਨਾਂ ਦੀ ਆ ਸਕਦੀਆਂ ਨੇ। ਇਹ ਮੇਰਾ ਇੱਕ ਮੋਟਾ ਐਨਾਲਿਸਿਸ ਹੈਗਾ। ਤੇ ਜੇ ਆਪਾਂ ਗੱਲ ਕਰੀਏ ਜਿਹੜੇ ਉੱਥੋਂ ਦੇ ਆਗੂ ਨੇ ਦਿੱਲੀ ਦੇ 'ਚ, ਮਨੋਜ ਤਿਵਾੜੀ ਹੋਣ ਬੀਜੇਪੀ ਦੇ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਮਤਲਬ ਕਲੀਨ ਸਵੀਪ ਕਰਨ ਜਾ ਰਹੇ ਹਾਂ, ਅਸੀਂ ਤਾਂ 60 ਤੋਂ ਜ਼ਿਆਦਾ ਸੀਟਾਂ ਲੈ ਕੇ ਜਾਵਾਂਗੇ। ਜਿਹੜੇ ਸੁਸ਼ੀਲ ਗੁਪਤਾ ਹੋ ਗਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ, ਉਹਨਾਂ ਨੇ ਕਿਹਾ ਕਿ ਇਹ ਤਾਂ ਦੇਖੋ, ਇਹ ਤਾਂ ਧੋਖਾਧੜੀ ਹੈਗੀ ਆ। ਲੋਕਾਂ ਦੇ ਮਾਰਕੀਟ ਚੋਂ ਪੈਸੇ ਕਿਤੇ ਨਾ ਕਿਤੇ ਲਵਾਉਣ ਵਾਸਤੇ, ਮਾਰਕੀਟ ਨੂੰ ਅਪ ਰੱਖਣ ਵਾਸਤੇ ਇਹ ਬੀਜੇਪੀ ਦੇ ਹੱਥ 'ਚ ਇਹ ਕੀਤਾ ਗਿਆ ਹੈਗਾ। ਤੇ ਸਾਰਾ ਮਾਮਲਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਤੇ ਜਿਹੜੀ ਕਾਂਗਰਸ ਦੇ ਆਗੂ ਦਾ ਮੈਂ ਬਿਆਨ ਦੇ ਦਿੱਤਾ। ਜਿਹੜਾ ਜੀ ਜੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈਗੇ ਉਹ ਲਗਾਤਾਰ ਆਪਣੇ ਵਰਕਰਾਂ ਨੂੰ ਮੋਟੀਵੇਟ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਮੋਰਾਲ ਤਾਂ ਡਾਊਨ ਕਿਤੇ ਨਾ ਕਿਤੇ ਹੋਇਆ ਹੀ ਹੈ। ਤੁਸੀਂ ਸਹੀ ਕਿਹਾ ਕਿ ਜਿਹੜੇ ਇਹ ਆਗੂ ਹੈਗੇ ਉਹ 8 ਤਰੀਕ ਤੱਕ ਤਾਂ ਹੀ ਮੋਰਾਲ ਅਪ ਰੱਖਣ ਵਾਸਤੇ ਲਗਾਤਾਰ ਸਟੇਟਮੈਂਟਾਂ ਸਿੱਟਣਗੇ। ਪਰ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਆંકੜਾ ਹੈਗਾ ਉਹ ਵੀ ਆਉਣਾ ਚਾਹੀਦਾ। ਮੈਨੂੰ ਲੱਗ ਰਿਹਾ ਕਿ 42 ਤੋਂ 47 ਸੀਟਾਂ ਆਮ ਆਦਮੀ ਪਾਰਟੀ ਉੱਥੇ ਜਿੱਤ ਰਹੀ ਹੈ। ਜੀ ਮੈਂ ਖਾਸ ਤੌਰ ਤੇ ਡਾਇਰੀ ਤੇ ਤੁਹਾਡਾ ਆંકੜਾ ਲਿਖ ਲਿਆ ਹੈ ਮਨਦੀਪ ਜੀ, ਤੇ ਆਪਾਂ ਅੱਗੇ ਵਧਦੇ ਹਾਂ, ਦੇਖਾਂਗੇ 8 ਤਰੀਕ ਨੂੰ। ਜੀ ਹਾਂ, ਓਦਾਂ ਭਵਿੱਖਬਾਣੀ ਕਰਨ ਦਾ ਇੱਕ ਨੁਕਸਾਨ ਇਹ ਹੁੰਦਾ, ਜੇ ਗਲਤ ਸਾਬਤ ਹੋ ਗਈ ਤਾਂ ਤੁਸੀਂ ਮੇਰੇ 8 ਤਰੀਕ ਨੂੰ ਮਜ਼ੇ ਲਾਓਗੇ। ਤੁਸੀਂ ਜੀ ਮੇਰੇ ਟੀਚਰਾਂ ਕਰੋਗੇ ਮੈਨੂੰ।
ਜੀ ਨਹੀਂ ਨਹੀਂ ਨਹੀਂ, ਟਿਚਣਾ ਨਹੀਂ ਕਰਾਂਗੇ ਆਪਾਂ। ਇੱਕ ਹੁੰਦਾ ਹੈ ਨਾ ਜਰਨਲਿਸਟ ਦਾ ਨਜ਼ਰੀਆ ਵੀ ਹੁੰਦਾ ਹੈ, ਉਸਨੇ ਵੀ ਘੋਖਿਆ ਹੁੰਦਾ ਹੈ ਆਖਿਰਕਾਰ ਘੁੰਮ ਕੇ ਸਾਰਾ ਕਿ ਕਿਹੋ ਜਿਹਾ ਮਾਹੌਲ ਚੱਲ ਰਿਹਾ ਹੈ। ਤੋ ਵੇਖਾਂਗੇ ਬਣਦਾ ਕੀ ਹੈ। 8 ਤਰੀਕ ਨੂੰ ਨਤੀਜੇ ਸਾਰੇ ਸਾਫ਼ ਹੋ ਜਾਣੇ ਨੇ ਤੇ ਬਹੁਤੇ ਲੀਡਰਾਂ ਨੂੰ ਤਾਂ ਵੈਸੇ ਹੁਣ ਤੋਂ ਹੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਨਜ਼ਰ ਬਹੁਤਾ ਕੁਝ ਆ ਹੀ ਜਾਂਦਾ ਹੁੰਦਾ ਹੈ ਮਾਹੌਲ ਤੋਂ ਹੀ ਦੇਖ ਕੇ। ਅੱਗੇ ਚੱਲਦੇ ਹਾਂ, ਲੋਕ ਸਭਾ ਤੇ ਰਾਜ ਸਭਾ ਸੈਸ਼ਨ ਚੱਲ ਰਿਹਾ ਤੇ ਆਏ ਦਿਨ ਧਮਾਕੇਦਾਰ ਸਪੀਚਾਂ ਉਤੋਂ ਸਾਹਮਣੇ ਆਉਂਦੀਆਂ ਨੇ, ਜਨਤਕ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਉੱਪਰ। ਤੇ ਹੁਣ ਕਿਹੋ ਜਿਹਾ ਚੱਲ ਰਿਹਾ ਸੈਸ਼ਨ, ਅੱਜ ਦੀ ਕੋਈ ਕਾਰਵਾਈ ਵੱਡੀ ਦੱਸ ਦਿਓ ਜਰਾ। ਦੇਖੋ, ਅੱਜ ਤਾਂ ਇੱਕ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ ਇੰਡੀਆ ਦੇ, ਚੰਦਰ ਸ਼ੇਖਰ, ਉਹਨਾਂ ਦੇ ਮੁੰਡੇ ਨੂੰ ਅੱਜ ਮਲਿਕਾਰਜੁਨ ਖੜਗੇ ਨੇ, ਜਿਹੜੇ ਕਾਂਗਰਸ ਦੇ ਰਾਸ਼ਟਰ ਪ੍ਰਧਾਨ ਨੇ, ਉਹਨਾਂ ਨੇ ਜੀ ਧਮਕਾਤਾ। ਹਾਂ, ਅਸਲ 'ਚ ਜਿਹੜੇ ਮਲਿਕਾਰਜੁਨ ਖੜਗੇ ਸੀਗੇ, ਉਹ ਖੜੇ ਹੋ ਕੇ ਰਾਜ ਸਭਾ 'ਚ ਕੁਝ ਗੱਲਾਂ ਕਹਿ ਰਹੇ ਸੀਗੇ, ਜਿਹਦੇ 'ਚ ਉਹ ਸਟੈਂਪੇਡ ਦੀ ਗੱਲ ਵੀ ਕਹਿ ਰਹੇ ਸੀ ਤੇ ਇੱਕ ਦੋ ਚੀਜ਼ਾਂ ਹੋਰ ਕਹਿ ਰਹੇ ਸੀ। ਤੇ ਉਦੋਂ ਹੀ ਜਿਹੜੇ ਨੀਰਜ ਹੈਗੇ ਆ, ਨੀਰਜ ਸ਼ੇਖਰ, ਚੰਦਰ ਸ਼ੇਖਰ ਦਾ ਮੁੰਡਾ, ਜਿਹੜਾ ਅੱਜ ਕੱਲ ਬੀਜੇਪੀ 'ਚ ਸ਼ਾਮਿਲ ਹੋ ਗਿਆ। ਉਦਾਂ ਤਾਂ ਉਹਨਾਂ ਦੇ ਫਾਦਰ ਤਾਂ ਸੋਸ਼ਲਿਸਟ ਰਹੇ, ਹਮੇਸ਼ਾ ਸਮਾਜਵਾਦੀ ਰਹੇ, ਪਰ ਉਹਨਾਂ ਦਾ ਮੁੰਡਾ ਦੇਖੋ ਅੱਜ ਜੀ। ਬੀਜੇਪੀ 'ਚ ਬੈਠਾ ਹੈ, ਸਮਾਜਵਾਦੀਆਂ ਦਾ ਮੁੰਡਾ। ਤੇ ਹੂੰ। ਤੁਸੀਂ ਹਿਸਾਬ ਲਾਓ ਕਿੰਨੇ ਹਾਸੇ ਵਾਲੀ ਗੱਲ ਹੈ। ਤੇ ਜਦੋਂ ਬਾਰ-ਬਾਰ ਬੋਲ ਰਹੇ ਸੀ, ਉਦੋਂ ਚੰਦਰ ਸ਼ੇਖਰ ਦਾ ਮੁੰਡਾ ਬਾਰ-ਬਾਰ ਉਹਨਾਂ ਨੂੰ ਤੰਗ ਕਰ ਰਿਹਾ ਸੀ। ਮਲਿਕਾਰਜੁਨ ਖੜਗੇ ਨੇ ਕਿਹਾ ਕਿ सुनो, तुम्हारा बाप मेरा दोस्त था, हम दोनों साथ जेल में गए, ठीक है, तुम जी। बीच में मत टोको, मैंने तुम्हें देखा है बड़े होते हुए, तुम क्या कर रहे हो और कहाँ बैठे हो। ਤੇ ਉਸ ਤੋਂ ਬਾਅਦ ਉਹਨਾਂ ਨੇ ਇੰਨੀ ਸਟੇਟਮੈਂਟ ਦੇਣ ਤੋਂ ਬਾਅਦ ਜਿਹੜੇ ਸਪੀਕਰ ਸੀਗੇ ਰਾਜ ਸਭਾ ਦੇ, ਜਗਦੀਪ ਜੀ। ਧਨਖੜ, ਉਹ ਖੜ ਗਏ, ਕਹਿੰਦੇ ਤੁਸੀਂ ਇਹਨਾਂ ਨੂੰ ਕਿਵੇਂ ਏਦਾਂ ਬੋਲ ਸਕਦੇ ਹੋ, ਇਹ ਹੈ ਉਹ ਹੈ। ਤੇ ਉਹਨਾਂ ਨੇ ਖਾਮਖਾਈ ਰੋਲਾ ਪਾ ਲਿਆ ਕਿ ਤੁਸੀਂ ਸ਼ਬਦ ਵਾਪਸ ਲਓ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜੀ। ਮੈਂ ਕੋਈ ਸ਼ਬਦ ਵਾਪਸ ਨਹੀਂ ਲੈਣੇ। ਇਹ ਕਿਵੇਂ ਬਦਤਮੀਜੀ ਕਰ ਰਿਹਾ ਹੈ, ਇਹਦਾ ਬਾਪ ਤੇ ਮੈਂ ਦੋਵੇਂ ਇਕੱਠੇ ਪੋਲਿਟਿਕਸ ਕਰਦੇ ਰਹੇ ਆ। ਤੇ ਉਸ ਤੋਂ ਬਾਅਦ ਮਤਲਬ ਮਾਮਲਾ ਹੀ ਗਰਮਾ ਗਰਮੀ ਦੇ ਵਿੱਚ ਨਿਕਲਿਆ। ਬਾਕੀ ਅੱਜ ਜਿਹੜੀ ਇੱਕ ਲੋਕ ਸਭਾ ਤੋਂ ਇੱਕ ਚੀਜ਼ ਦੇਖਣ ਨੂੰ ਮਿਲੀ, ਉਹ ਸੀਗੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਪ੍ਰੀਮੀਅਮ ਬਾਰੇ ਹਰਿਆਣੇ ਦੇ ਇੱਕ ਐਮਪੀ ਨੇ ਸਵਾਲ ਪੁੱਛਿਆ ਸੀਗਾ ਸ਼ਿਵਰਾਜ ਚੌਹਾਨ ਤੋਂ। ਸ਼ਿਵਰਾਜ ਚੌਹਾਨ ਨੂੰ ਕੋਈ ਜਵਾਬ ਤੋਂ ਆਇਆ ਨਹੀਂ, ਉਹਨਾਂ ਨੇ ਪ੍ਰੋਪੇਗੈਂਡੇ ਵਾਲੀ ਗੱਲ ਕੀਤੀ। ਜਿਹੜੇ ਅਸਾਰ ਜੀ। ਤੋਂ ਸਾਂਸਦ ਨੇ ਹਰਿਆਣੇ ਦੇ ਕਾਂਗਰਸ ਦੇ, ਅਸਾਰ ਤੋਂ, ਤੇ ਉਹਨਾਂ ਨੇ ਜੇਪੀ, ਤੇ ਜੇਪੀ ਨੇ ਉਹਨਾਂ ਨੂੰ ਪੁੱਛਿਆ ਕਿ ਜਿਵੇਂ ਫਸਲ ਬੀਮਾ ਯੋਜਨਾ 'ਚ ਜਿਹੜੀ ਇਕਾਈ ਮੰਨੀ ਜਾਂਦੀ, ਯੂਨਿਟ ਮੰਨੀ ਜਾਂਦੀ, ਉਹ ਕਿਸਾਨ ਨੂੰ ਨਹੀਂ ਮੰਨਿਆ ਜਾਂਦਾ, ਉਹ ਪਿੰਡ ਨੂੰ ਮੰਨਿਆ ਜਾਂਦਾ। ਜਿਵੇਂ ਹੜ੍ਹ ਆਊਗਾ ਜਾਂ ਸੋਕਾ ਪਊਗਾ, ਤੇ ਉਹ ਕਿਤੇ ਨਾ ਕਿਤੇ ਉੱਥੇ ਇੱਕ ਪਿੰਡ ਦੇ, ਮੰਨ ਲਓ ਕੁਝ ਕਿਸਾਨਾਂ ਦੇ ਹੀ ਖੇਤਾਂ 'ਚ ਫਰਕ ਪਿਆ, ਫਸਲ 'ਚ ਫਰਕ ਪਿਆ, ਉਹਨਾਂ ਨੂੰ ਯੂਨਿਟ ਨਹੀਂ ਮੰਨਿਆ ਜਾਂਦਾ, ਪਿੰਡ ਨੂੰ ਯੂਨਿਟ ਮੰਨਿਆ ਜਾਂਦਾ। ਜੇ ਤੇ ਪਿੰਡ ਦੇ ਵਿੱਚ 50% ਤੋਂ ਜ਼ਿਆਦਾ ਨੁਕਸਾਨ ਹੈ, ਉਦੋਂ ਹੀ ਫਸਲ ਬੀਮਾ ਯੋਜਨਾ ਨੂੰ ਉੱਥੇ ਲਾਗੂ ਕੀਤਾ ਜਾਂਦਾ। ਇਹਦੇ ਤੇ ਸ਼ਿਵਰਾਜ ਚੌਹਾਨ ਨੇ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਜੀ। ਜਾਂਦੇ ਜੀ। ਜਾਂਦੇ ਇਹ ਵੀ ਕਮੈਂਟ ਕਰਤਾ ਸੀਗਾ ਜੇਪੀ ਨੇ ਕਿ ਤੁਸੀਂ ਸਾਰਾ ਨਾਸ ਮਾਰਤਾ ਬੀਜੇਪੀ ਵਾਲਿਆਂ ਨੇ ਕਿਸਾਨਾਂ ਦਾ। ਤੇ ਸ਼ਿਵਰਾਜ ਚੌਹਾਨ ਨੇ ਉਹਨੂੰ ਜੀ। ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਯੂਪੀਏ ਤੇ ਕਾਂਗਰਸ ਤੇ ਆਰੋਪ ਲਾਏ ਕਿ ਨਹੀਂ ਨਹੀਂ, ਤੁਸੀਂ ਨੁਕਸਾਨ ਕੀਤਾ, ਜਦੋਂ ਤੋਂ ਅਸੀਂ ਆਏ ਹਾਂ, ਅਸੀਂ ਤਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਰਹੇ ਹਾਂ। ਉਹਨਾਂ ਨੇ ਕੁਝ ਉਹ ਵੀ ਦੱਸਣ ਦੀ ਕੋਸ਼ਿਸ਼ ਕੀਤੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਹਜੇ ਤੱਕ ਜਿਹੜਾ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਹੈ, ਜੀ। ਉੱਥੇ ਕੀ ਹੋ ਰਿਹਾ, ਉਹਦੇ ਬਾਰੇ ਲੋਕ ਸਭਾ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੇ ਮੂੰਹੋਂ ਕੁਝ ਵੀ ਨਿਕਲਿਆ ਨਹੀਂ ਹੈ। ਮੈਨੂੰ ਲੱਗਦਾ ਕਿ ਜੀ। ਪੰਜਾਬ ਜਿਹੜੇ ਸਾਂਸਦ ਹੈਗੇ ਆ, ਜਿੰਨੇ ਵੀ ਐਮਪੀ ਹੈ ਪੰਜਾਬ ਤੋਂ, ਉਹ ਲਗਾਤਾਰ, ਕਿਉਂਕਿ 13 ਪੰਜਾਬ ਤੋਂ ਨੇ, ਤੇ ਜੇ ਆਪਾਂ ਹਰਿਆਣੇ ਦੇ ਮੰਨ ਲਈਏ ਕਿ 5 ਓਪੋਜੀਸ਼ਨ ਐਮਪੀਜ਼ ਹਰਿਆਣੇ ਤੋਂ ਵੀ ਨੇ, 13 ਔਰ 5 18 ਹੋ ਜਾਂਦੇ ਨੇ। 18 ਦੇ 18 ਐਮਪੀਜ਼ ਨੂੰ ਲਗਾਤਾਰ ਰੌਲਾ ਪਾ ਕੇ ਰੱਖਣਾ ਚਾਹੀਦਾ। ਤੇ ਸ਼ਿਵਰਾਜ ਸਿੰਘ ਚੌਹਾਨ ਜਿਹੜੇ ਖੇਤੀਬਾੜੀ ਮੰਤਰੀ ਹੈਗੇ ਆ, ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਨੂੰ ਤੰਗ ਕਰਨਾ ਚਾਹੀਦਾ। ਤੇ ਇਹ ਜੀ। ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਅੰਦੋਲਨ ਚੱਲ ਰਿਹਾ, ਉਹਦੇ ਬਾਰੇ ਲਗਾਤਾਰ ਰੌਲਾ ਪਾਉਣਾ ਚਾਹੀਦਾ। ਪਰ ਏਦਾਂ ਦਾ ਆਪਾਂ ਨੂੰ ਹਜੇ ਤੱਕ ਤਾਂ ਦੇਖਣ ਨੂੰ ਮਿਲਿਆ ਨਹੀਂ। ਇਹ ਹੀ ਸੀਗਾ ਅੱਜ ਕੋਈ ਜ਼ਿਆਦਾ ਮਤਲਬ ਇੱਕ ਚੀਜ਼ ਹੋਰ ਹੈਗੀ ਆ, ਰਾਜ ਸਭਾ ਦੇ ਵਿੱਚ ਜਿਹੜੇ ਆਰਜੇਡੀ ਦੇ ਵੱਡੇ ਆਗੂ ਹੈਗੇ ਆ, ਪ੍ਰੋਫੈਸਰ ਪ੍ਰੋਫੈਸਰ ਮਨੋਜ ਝਾ ਨੇ ਬਹੁਤ ਮਾਰਕੇ ਦੀ ਗੱਲ ਕਹੀ ਆ। ਉਹਨਾਂ ਨੇ 2-3 ਚੀਜ਼ਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਜੀ। ਇੰਟਰਨਲ ਡੈਮੋਕ੍ਰੇਸੀ ਬਾਰੇ ਕਮਾਲ ਦੀ ਗੱਲ ਕਹੀ। ਉਹਨਾਂ ਦੀ ਚੀਜ਼ਾਂ ਸੁਣਨ ਵਾਲੀਆਂ ਹੁੰਦੀਆਂ ਨੇ। ਤੇ ਉਹਨਾਂ ਨੇ ਜਿਹੜਾ ਇਹ ਬਾਬਾ, ਜਿਹੜੇ ਹਿੰਦੂਤਵਾ ਦੇ ਬਾਬਾ ਬਣੇ ਬੈਠੇ ਨੇ, ਬਾਬਾ ਦੀ ਫੈਕਟਰੀ ਬਾਰੇ ਉਹਨਾਂ ਨੇ ਕਿਹਾ ਕਿ ਇਹ ਜੋ ਬਾਬਾओं की फैक्ट्री, हिंदी ਚ ਕਿਹਾ ਉਹਨਾਂ ਨੇ, ਮੈਂ ਐਗਜ਼ੈक्टली ਕੋਟ ਕਰ ਦੇਣਾ, ਉਹਨਾਂ ਨੇ ਕਿਹਾ कि जड़ा जो ये बाबाओं की फैक्ट्री बनते जा रहे हैं, इनके ऊपर जी। भी रोक लगनी चाहिए। ये कोई अच्छी बातें तो फैलाते नहीं। भारत के संविधान के अनुसार भी हमें साइंटिफिक
टेम्परामेंट की आगे वैज्ञानिक जो दृष्टिकोण है उसकी तरफ बढ़ना चाहिए, ना कि हमें इन बाबाओं को की तरफ बढ़ना चाहिए। बाबा लगातार लोगों को गुमराह कर रहे हैं, लगातार लोगों में अफवाहबाजी और ये सारी चीजें कर रहे हैं। तो प्रोफेसर मनोज झा ने ਇਹ ਦੋ ਤਿੰਨ ਚੀਜ਼ਾਂ ਚਿੰਨ੍ਹਿਤ ਕੀਤੀਆਂ। ਉਹਨਾਂ ਨੇ ਕਮਿਊਨਲਾਈਜੇਸ਼ਨ ਤੇ ਵੀ ਬੋਲਿਆ, ਉਹਨਾਂ ਨੇ ਜਿਹੜਾ ਇੰਟਰਨਲ ਡੈਮੋਕ੍ਰੇਸੀ ਬਾਰੇ, ਤੇ ਇਹ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਬਾਬਾ ਹੈਗੇ ਉਹਨਾਂ ਬਾਰੇ ਵੀ ਉਹਨਾਂ ਨੇ ਗੱਲ ਕਹੀ ਹੈਗੀ। ਜੀ ਜੀ, ਸੋ ਕਾਫੀ ਚੰਗੀਆਂ ਸਪੀਚਾਂ ਵੀ ਸਾਹਮਣੇ ਆਉਂਦੀਆਂ ਨੇ, ਜਿਸ ਦੇ ਵਿੱਚ ਕਈ ਵਾਰੀ ਇੰਨਾ ਜ਼ਿਆਦਾ ਤਲਖੀ ਵੱਧ ਜਾਂਦੀ ਹੈ ਕਿ ਫਿਰ ਸਥਗਿਤ ਤੋਂ ਸਥਗਿਤ ਕਰਦਿਆਂ ਦਿਨ ਹੀ ਖਤਮ ਕਰ ਦਿੱਤਾ ਜਾਂਦਾ ਹੈ। ਤੋ ਇੱਕ ਕੱਲ ਦੀ ਵੀ ਜੇਕਰ ਮੈਂ ਇਸੇ ਦੇ ਵਿੱਚ ਜੋੜਦਾ ਜਾਵਾਂ ਮਨਦੀਪ ਹੋਣਾ ਦੀ ਗੱਲ ਦੇ ਨਾਲ, ਕੱਲ ਜਾਂ ਸ਼ਾਇਦ ਪਰਸੋਂ ਦੀ ਇਹ ਗੱਲ ਹੈ ਜਦੋਂ ਇੱਕ ਰਾਜਸਥਾਨ ਦੇ MP ਦੇ ਵੱਲੋਂ ਇਹ ਪੁੱਛਿਆ ਜਾਂਦਾ ਹੈ ਕਿ ਕਿਸਾਨਾਂ ਦੇ ਸਿਰ ਕਰਜ਼ਾ ਕਿੰਨਾ ਹੈ, ਤਾਂ ਜਰਾ ਖੋਲ ਕੇ ਰੱਖਿਆ ਜਾਵੇ, ਤਾਂ 33 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਜੋ ਦੱਸਿਆ ਗਿਆ ਹੈ, ਸਾਹਮਣੇ ਆંકੜੇ ਰੱਖੇ ਗਏ ਸੀ। ਉਸ ਦੇ ਵਿੱਚੋਂ ਬਹੁਤ ਸਾਰੇ ਆંકੜੇ ਗੈਰ ਸਰਕਾਰੀ ਬੈਂਕਾਂ ਦੇ, ਕੁਝ ਸਰਕਾਰੀ ਬੈਂਕਾਂ ਦੇ ਸਨ, ਤੇ ਉਸ ਦੇ ਵਿੱਚ ਇਹ ਸਾਰੀਆਂ ਗੱਲਾਂ ਵੀ ਹੌਲੀ ਹੌਲੀ ਅੱਗੇ ਤੁਰੀਆਂ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ, ਇਹ ਸਾਰੇ ਆંકੜੇ ਕੱਢ ਕੇ ਮਾਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਸਾਰੇ ਜਿਹੜੇ ਕਰਜ਼ੇ ਨੇ ਜਾਂ ਉਹਨਾਂ ਦੇ ਵਿੱਚੋਂ ਥੋੜੇ ਚੁਣ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਫ, ਤਾਂ ਉਸ ਦੇ ਨਾਲ ਬੈਂਕਿੰਗ ਸੈਕਟਰ ਜਿਹੜਾ ਉਸਨੂੰ ਬਹੁਤ ਧੱਕਾ ਲੱਗੇਗਾ, ਕੋਲੈਪਸ ਹੋ ਸਕਦਾ ਹੈ। ਸੋ ਇਸ ਤਰੀਕੇ ਦੀਆਂ ਚਰਚਾਵਾਂ ਕਈ ਵਾਰ ਚੰਗੀਆਂ ਵੀ ਚੱਲਦੀਆਂ ਰਹਿੰਦੀਆਂ ਨੇ, ਇਹ ਨਹੀਂ ਕਿ ਬਿਲਕੁਲ ਬੇਕਾਰ ਕਿਸਮ ਨਾਲ ਸ਼ਾਂਤੀ ਜਿਹੀ ਨਾਲ ਚੱਲਦਿਆਂ ਹੋਇਆਂ ਦਿਨ ਸਮਾਪਤ ਹੋ ਜਾਂਦਾ ਹੈ। ਕੋਈ ਪੋਲੀਟੀਸ਼ੀਅਨ ਅਜਿਹੇ ਨੇ ਬਹੁਤ ਸੰਜੀਦਗੀ ਦੇ ਨਾਲ ਵੀ ਕੰਮ ਕਰਦੇ ਉੱਥੇ ਨਜ਼ਰ ਆਉਂਦੇ ਨੇ। ਸੋ ਮਨਦੀਪ ਜੀ, ਤੁਸੀਂ ਅੰਤ ਦੇ ਵਿੱਚ ਜੇ ਕੁਝ ਇਹਦੇ ਵਿੱਚ ਜੋੜਨਾ ਚਾਹੁੰਦੇ ਹੋ ਤਾਂ ਜੋੜ ਸਕਦੇ ਹੋ, ਨਹੀਂ ਤਾਂ ਆਪਾਂ ਇਸ ਨੂੰ ਸਮਾਪਤ ਕਰਦੇ ਹਾਂ ਇੱਥੇ। ਜੀ ਮੈਂ ਵੀ ਉਹ ਪੜ੍ਹਿਆ ਸੀਗਾ ਡੇਟਾ, ਤੇ ਕੱਲ ਮੈਂ ਜ਼ਰੂਰ ਆਪਣੇ ਇਸ ਬੁਲੇਟਿਨ 'ਚ ਮੈਂ ਕੋਸ਼ਿਸ਼ ਕਰਾਂਗਾ ਆਪਣੇ ਇਸ ਪ੍ਰੋਗਰਾਮ 'ਚ ਕਿ ਜਿਹੜੇ ਕਿਸਾਨਾਂ ਸਰ ਕਿੰਨਾ ਕਰਜ਼ਾ ਹੈਗਾ ਉਹਦੇ ਤੇ ਆਪਾਂ ਇੱਕ ਗੱਲਬਾਤ ਰੱਖ ਪਾਈਏ। ਅੱਜ ਮੈਂ ਕਈ ਥਾਵਾਂ ਤੇ ਖਬਰਾਂ ਵੀ ਪੜ੍ਹੀਆਂ, ਪੰਜਾਬ ਹਰਿਆਣੇ ਦੇ ਕਿਸਾਨਾਂ ਦੇ ਸਿਰ ਕਿੰਨਾ ਕਰਜ਼ਾ ਹੈਗਾ ਉਹਦੇ ਤੇ ਵੀ ਮੈਂ ਜ਼ਰੂਰ ਕੱਲ ਕੋਸ਼ਿਸ਼ ਕਰਾਂਗਾ ਕਿ ਆਪਣੇ ਇਸ ਪ੍ਰੋਗਰਾਮ 'ਚ ਇਸ ਬਾਰੇ ਖਬਰ ਕੀਤੀ ਜਾ ਸਕੇ। ਜੀ, ਸੋ ਮਨਦੀਪ ਜੀ, ਤੁਸੀਂ ਵੇਰਵਿਆਂ ਸਹਿਤ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਵਿਸ਼ਲੇਸ਼ਣ ਕੀਤਾ ਸਾਰੀਆਂ ਖਬਰਾਂ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਖਬਰਾਂ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਸਾਰੀਆਂ ਖਬਰਾਂ ਤਫਸੀਲ ਨਾਲ ਤੁਹਾਡੇ ਸਾਹਮਣੇ ਰੱਖੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਜ਼ਰੀਏ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ।